ਨਮਸਕਾਰ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਵਿਨੇ ਰਾਣਾ। ਅੱਜ ਅਸੀਂ ਪੰਜਾਬ ਸਰਕਾਰ ਦੇ ਸਿੱਖਿਆ ਮਾਡਲ ਨੂੰ ਲੈ ਕੇ ਗੱਲ ਕਰਾਂਗੇ। ਪਹਿਲਾਂ ਅਸੀਂ ਪੰਜਾਬ ਸਰਕਾਰ ਦੀਆਂ ਹੋਰ ਜਿਹੜੀਆਂ ਉਪਲਬਧੀਆਂ ਸੀਗੀਆਂ ਇਹਨਾਂ 11 ਮਹੀਨਿਆਂ ਦੇ ਵਿੱਚ 11 ਮਹੀਨੇ ਪੂਰੇ ਹੋ ਚੁੱਕੇ ਨੇ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਨੂੰ, ਯਾਨੀ ਭਗਵੰਤ ਮਾਨ ਨੂੰ ਲੀਡ ਕਰਦੇ ਹੋਏ 11 ਮਹੀਨੇ ਹੋ ਚੁੱਕੇ ਆ ਔਰ ਇਸ ਦੌਰਾਨ ਜਿਹੜੀਆਂ ਉਪਲਬਧੀਆਂ ਪੰਜਾਬ ਸਰਕਾਰ ਨੇ ਹਾਸਲ ਕੀਤੀਆਂ ਉਹਦੇ ਬਾਰੇ ਅਸੀਂ ਪਿਛਲੇ ਐਪੀਸੋਡ 'ਚ ਚਰਚਾ ਕੀਤੀ ਸੀਗੀ ਤੇ ਹੁਣ ਅਸੀਂ ਖਾਸ ਤੌਰ ਤੇ ਸਿੱਖਿਆ ਮਾਡਲ ਨੂੰ ਲੈ ਕੇ ਇਸ ਐਪੀਸੋਡ ਨੂੰ ਸ਼ੁਰੂ ਕਰਾਂਗੇ ਤੇ ਮੇਰੇ ਨਾਲ ਨੇ ਇੰਜੀਨੀਅਰ ਤਰੁਣ ਬਾਂਦਾ ਜੀ ਤੇ ਇਹ ਮੋਟੀਵੇਸ਼ਨਲ ਸਪੀਕਰ ਵੀ ਨੇ ਔਰ ਅਥੈਂਟਿਕ ਟੀਚਰ ਵੀ ਨੇ ਤੇ ਮੈਂ ਇਹਨਾਂ ਨਾਲ ਗੱਲ ਕਰਾਂਗਾ ਕਿ ਬਾਂਦਾ ਸਾਹਿਬ ਤੁਹਾਡਾ ਸਵਾਗਤ ਹੈ ਥੈਂਕ ਯੂ ਦੈਨਿਕ ਸਵੇਰਾ ਦੇ ਅੱਜ ਦਾ ਮੁੱਦਾ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਜੀ, ਥੈਂਕ ਯੂ। ਤੁਸੀਂ ਦੱਸੋ ਕਿ ਮਾਨ ਸਰਕਾਰ ਨੇ ਇਹਨਾਂ 11 ਮਹੀਨਿਆਂ ਦੇ ਵਿੱਚ ਐਜੂਕੇਸ਼ਨ ਵਾਸਤੇ ਕਿਹੜੇ ਕੰਮ ਕੀਤੇ ਆ? ਦੇਖੋ ਜੀ, ਦਿੱਲੀ ਮਾਡਲ ਦੀ ਜੇ ਗੱਲ ਕਰੀਏ, ਦਿੱਲੀ ਮਾਡਲ ਦੀ ਇੱਕ ਬਹੁਤ ਵੱਡੀ ਉਪਲਬਧੀ ਉਹਨਾਂ ਨੇ ਹਾਸਲ ਕਰੀ ਹੈ, ਜਿੱਥੇ ਕਿ ਨਿਊਯਾਰਕ ਟਾਈਮ ਵਰਗੇ ਨਿਊਜ਼ਪੇਪਰ 'ਚ ਉਹਨਾਂ ਨੂੰ ਕੰਸੀਡਰ ਕਰਿਆ ਗਿਆ। ਤੇ ਦਿੱਲੀ ਮਾਡਲ ਜੇ ਪੰਜਾਬ ਸੂਬੇ ਲਈ ਇੱਥੇ ਲਾਗੂ ਹੋ ਜਾਂਦਾ ਔਰ ਇੰਪਲੀਮੈਂਟ ਹੋ ਜਾਂਦਾ ਹੈ, ਇਹਦੀ ਕਿਤੇ ਨਾ ਕਿਤੇ ਬਹੁਤ ਵੱਡਾ ਉਪਲਬਧੀ ਹੈ ਜੋ ਲੋਕਾਂ ਦੇ, ਸਾਡੇ ਪੰਜਾਬ ਸੂਬੇ ਦੇ ਲੋਕਾਂ ਨੂੰ ਖਾਸ ਫਾਇਦਾ ਹੋ ਸਕਦਾ ਹੈ, ਜਿੱਥੇ ਅਸੀਂ ਯੂਥ ਇੰਪਾਵਰਮੈਂਟ ਦੀ ਅਸੀਂ ਗੱਲ ਆਖ ਸਕਦੇ ਹਾਂ। ਬਿਨੇ ਜੀ, ਪੰਜਾਬ ਸਰਕਾਰ ਨੇ ਪਿਛਲੇ ਦਿਨੀ ਸਕੂਲ ਆਫ ਐਮੀਨੈਂਸ ਜਿਹੜੇ ਆ ਉਹ ਸ਼ੁਰੂ ਕੀਤੇ ਆ ਤੇ ਉਹਨਾਂ ਦਾ ਪੰਜਾਬ ਦੇ ਐਜੂਕੇਸ਼ਨ ਸਿਸਟਮ ਤੇ ਕਿੰਨਾ ਕੁ ਅਸਰ ਪਏਗਾ? ਬਿਲਕੁਲ ਜੀ ਬਿਨੇ ਜੀ, ਕਿਤੇ ਨਾ ਕਿਤੇ ਸਾਡੇ ਯੂਥ ਨੂੰ ਅੱਜ ਸਕਿੱਲਸ ਓਰੀਐਂਟਡ ਇੰਪਾਵਰਮੈਂਟ ਕਰਨ ਦੀ ਜ਼ਰੂਰਤ ਸੀਗੀ, ਜਿੱਥੇ ਸਕਿੱਲ ਓਰੀਐਂਟਡ ਕੋਰਸਾਂ ਦੀ ਵੀ ਜ਼ਰੂਰਤ ਸੀ। ਅੱਜ ਸਾਡਾ ਯੂਥ ਇੰਨਾ ਸક્ષਮ ਹੈ ਜੋ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਕਿਤੇ ਨਾ ਕਿਤੇ ਆਪਣੇ ਪੋਟੈਂਸ਼ੀਅਲ ਨੂੰ ਐਕਸਪੋਜ਼ ਕਰ ਰਿਹਾ ਹੈ। ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਉੱਥੋਂ ਦੇ ਪਲੇਟਫਾਰਮ 'ਚ ਜੇ ਵੈਲਿਊ ਐਡੀਸ਼ਨਸ ਕਰ ਸਕਦਾ ਤਾਂ ਇਹਦਾ ਮਤਲਬ ਸਾਡਾ ਯੂਥ, ਪੰਜਾਬ ਦਾ ਯੰਗਸਟਰ ਇੰਨਾ ਸક્ષਮ ਹੈ, ਉਹ ਪੰਜਾਬ ਸੂਬੇ ਲਈ ਵੀ ਇੱਥੇ ਕੰਮ ਕਰ ਸਕਦਾ ਹੈ। ਜੇ ਅਸੀਂ ਵਿਦੇਸ਼ਾਂ ਦੀ ਟੈਕਨੋਲੋਜੀ ਪੰਜਾਬ ਸੂਬੇ ਲਈ ਇੱਥੇ ਹੀ ਲਿਆਈਏ ਔਰ ਇੱਥੋਂ ਦੇ ਪੜ੍ਹਾਉਣ ਵਾਲੇ ਜੋ ਮੈਨੇਜਮੈਂਟ ਨੇ, ਪ੍ਰਿੰਸੀਪਲ ਸਾਹਿਬਾਨ ਨੇ, ਕਿਤੇ ਨਾ ਕਿਤੇ 36 ਪ੍ਰਿੰਸੀਪਲਾਂ ਨੂੰ ਸਿੰਗਾਪੁਰ ਵਰਗੇ ਵਿਦੇਸ਼ੀ ਲੈਵਲ 'ਤੇ ਜਾ ਕੇ ਉਹ ਪ੍ਰੋਜੈਕਟਾਂ ਨੂੰ ਸਿੱਖ ਕੇ ਆਏ ਨੇ ਟ੍ਰੇਨਰਾਂ ਤੋਂ, ਅਤੇ ਉਹਦੀ ਜੋ ਨੌਲੇਜ ਹੈ, ਕਿਤੇ ਨਾ ਕਿਤੇ ਨੌਲੇਜ ਸ਼ੇਅਰਿੰਗ ਪ੍ਰੋਗਰਾਮ ਵੀ ਇਹਨਾਂ ਦੇ ਦਿੱਲੀ ਤੋਂ ਚੱਲੇ ਨੇ, ਉਹ ਪੰਜਾਬ ਸੂਬੇ ਲਈ ਇੱਥੇ ਹੀ ਇੰਪਲੀਮੈਂਟ ਹੋ ਜਾਣਗੇ। ਕਿਤੇ ਨਾ ਕਿਤੇ ਆਏ ਦਿਨ ਬਹੁਤ ਸਾਰੇ ਉਪਰਾਲੇ ਆ ਜੋ CM ਸਰਕਾਰ ਹੈ, ਜੋ ਮਾਨ ਸਰਕਾਰ ਹੈ, ਜੋ ਕਰ ਰਹੀ ਹੈ, ਅਤੇ ਉਹ ਉਪਰਾਲਿਆਂ ਦਾ ਫਾਇਦਾ ਸਾਡੇ ਯੂਥ ਨੂੰ, ਇੱਥੋਂ ਦੇ ਯੰਗਸਟਰ ਨੂੰ, ਪੰਜਾਬ ਸੂਬੇ ਦੇ ਜੋ ਯੂਥ ਹੈ ਸਾਡਾ ਉਹ ਸક્ષਮ ਹੈਗਾ, ਉਹਨਾਂ ਨੂੰ ਫਾਇਦਾ ਇਹ ਲਾਭ ਪਹੁੰਚੂਗਾ। ਚਾਹੇ ਅਸੀਂ ਸਕੂਲ ਆਫ ਐਮੀਨੈਂਸ ਮਾਡਲ ਦੀ ਗੱਲ ਕਰੀਏ, ਜਿੱਥੇ ਬੱਚਿਆਂ ਦੀ ਫਾਊਂਡੇਸ਼ਨ ਇੱਕ ਤਿਆਰ ਕਰ ਦਿੱਤੀ ਜਾਂਦੀ ਹੈ, ਜਿੱਥੇ ਬੱਚਿਆਂ ਨੂੰ ਅਸੀਂ ਮਲਟੀਪਲ ਇੰਟੈਲੀਜੈਂਸ ਜੋ ਆਖਦੇ ਹਾਂ, ਤੁਸੀਂ ਗੂਗਲ ਸਰਚ ਇੰਜਨ ਦੇ ਚੈੱਕ ਕਰ ਸਕਦੇ ਹੋ, ਮੈਡੀਕਲ ਸਾਇੰਸ ਨੇ ਆਲਰੇਡੀ ਪ੍ਰੂਵ ਕਰਤਾ ਹੈ, ਜਿੱਥੇ ਬੱਚੇ ਦੀ ਸਟਰੈਂਥ ਹੈ, ਜਿੱਥੇ ਪੋਟੈਂਸ਼ੀਅਲ ਹੈ, ਉਹ ਕਿਤੇ ਨਾ ਕਿਤੇ ਉਹ ਫਿਲਟਰ ਆਊਟ ਕਰਿਆ ਜਾਊਗਾ। ਇਸ ਸਕੂਲ ਆਫ ਐਮੀਨੈਂਸ ਵਰਗੇ ਜੋ ਪ੍ਰੋਜੈਕਟਸ ਨੇ, ਜੋ ਜਦੋਂ ਆਉਣਗੇ ਉੱਥੇ ਬੱਚਿਆਂ ਨੂੰ ਹੋਰ ਵੀ ਉਪਲਬਧੀਆਂ ਹਾਸਲ ਕਰਨ ਦੇ ਮੌਕੇ ਮਿਲਣਗੇ। ਉਹਨਾਂ ਨੂੰ ਫਿਲਟਰ ਆਊਟ ਕਰਕੇ ਉਹਨਾਂ ਦੀ ਸਪੈਸ਼ਲ ਮੈਂਟਰਸ਼ਿਪ ਕਰੀ ਜਾਊਗੀ ਔਰ ਇਸ ਸਕਿੱਲ ਓਰੀਐਂਟਡ ਡਾਇਰੈਕਸ਼ਨ ਵੱਲ ਜਦੋਂ ਉਹਨਾਂ ਨੂੰ ਅੱਗੇ ਲਿਜਾਇਆ ਜਾਊਗਾ, ਡੈਫੀਨੇਟਲੀ ਹੈ ਇੱਥੋਂ ਦੇ ਯੂਥ ਨੂੰ ਮੌਕਾ ਮਿਲਣਾ ਹੀ ਮਿਲਣਾ। ਅਤੇ ਇਹ ਸਕੂਲ ਆਫ ਐਮੀਨੈਂਸ ਹੈ ਜੋ ਵਰਲਡ ਲੈਵਲ 'ਤੇ ਕਿਤੇ ਨਾ ਕਿਤੇ ਜਾ ਕੇ ਆਪਣੀ ਛਵੀ ਹੈ ਉਹਨੂੰ ਵੇਖਣ ਨੂੰ ਮਿਲ ਸਕਦੀ ਹੈ। ਜਿਹੜੀ ਤੁਸੀਂ ਪ੍ਰਿੰਸੀਪਲਾਂ ਦੀ ਗੱਲ ਕੀਤੀ ਹੈ ਕਿ ਮਾਨ ਸਰਕਾਰ ਨੇ ਪਿੱਛੇ ਹਜੇ ਜਿਹੜੇ 36 ਪ੍ਰਿੰਸੀਪਲ ਹੈਗੇ ਆ ਉਹਨਾਂ ਨੂੰ ਸਿੰਗਾਪੁਰ ਟ੍ਰੇਨਿੰਗ ਵਾਸਤੇ ਭੇਜਿਆ ਸੀਗਾ। ਜ਼ਾਹਿਰ ਹੈ ਕਿ ਸਿੰਗਾਪੁਰ ਇੱਕ ਡਿਵੈਲਪਡ ਕੰਟਰੀ ਹੈ ਔਰ ਉੱਥੇ ਜਦੋਂ ਜੋ ਸਿੱਖਿਆ ਦਾ ਮਾਡਲ ਉੱਥੇ ਹੋਏਗਾ, ਜੇ ਉਹਦੇ 'ਚੋਂ ਆਪਣਾ ਇੱਥੇ 70% ਵੀ ਜੇ ਹੋ ਜਾਂਦਾ ਤਾਂ ਸਿੱਖਿਆ ਮਾਡਲ ਜਿਹੜਾ ਉਹ ਕਾਫੀ ਉੱਪਰ ਚਲਾ ਜਾਏਗਾ। ਜੀ ਜੀ ਜੀ। ਅਤੇ ਜਿਹੜੇ ਪ੍ਰਿੰਸੀਪਲ ਹਜੇ ਜਦੋਂ ਉਹ ਵਾਪਸ ਆਏ ਨੇ ਪ੍ਰਿੰਸੀਪਲ, ਉਹਨਾਂ ਨੇ ਦੱਸਿਆ ਕਿ ਉੱਥੇ ਉਹਨਾਂ ਨੇ ਕੀ ਸਿੱਖਿਆ ਔਰ ਇੱਥੇ ਕਿਸ ਤਰ੍ਹਾਂ ਦੀ ਸਿੱਖਿਆ ਦੀ ਲੋੜ ਹੈ। ਅਤੇ ਮਾਨ ਸਰਕਾਰ ਨੇ ਜਦੋਂ ਸੱਤਾ 'ਚ ਆਉਣਾ ਸੀ ਜਾਂ ਜਦੋਂ ਆਮ ਆਦਮੀ ਪਾਰਟੀ ਇਲੈਕਸ਼ਨ ਪੰਜਾਬ ਦੇ ਲੜ ਰਹੀ ਸੀ, ਉਦੋਂ ਉਹਨਾਂ ਨੇ ਸਭ ਤੋਂ ਪਹਿਲਾ ਮੁੱਦਾ ਜਿਹੜਾ ਆ ਉਹ ਇਹਦਾ ਤੇ ਭ੍ਰਸ਼ਟਾਚਾਰ ਦਾ ਹੀ ਚੱਕਿਆ ਸੀਗਾ ਕਿ ਸਿੱਖਿਆ ਔਰ ਭ੍ਰਸ਼ਟਾਚਾਰ, ਕਿਉਂਕਿ ਸਿੱਖਿਆ ਪੰਜਾਬ ਦੇ ਵਿੱਚ ਦੇਖਿਆ ਗਿਆ ਕਿ ਪੰਜਾਬ ਦੇ ਜਿਹੜੇ ਪੇਂਡੂ ਖੇਤਰ ਨੇ ਖਾਸ ਕਰਕੇ ਸਰਕਾਰੀ ਸਕੂਲ ਜਿਹੜੇ ਹੈਗੇ ਆ, ਸ਼ਹਿਰਾਂ ਦੇ ਵਿੱਚ ਤਾਂ ਚਲੋ ਮਾਡਲ ਸਕੂਲ ਨੇ, ਕਈ ਜਿਹੜੇ ਪ੍ਰਾਈਵੇਟ ਸਕੂਲ ਨੇ, ਵਧੀਆ ਸਕੂਲ ਨੇ ਜਿਹੜੇ ਜਿੱਥੇ ਬੱਚੇ ਪੜ੍ਹਾਏ ਜਾ ਸਕਦੇ ਨੇ, ਲੇਕਿਨ ਖਾਸ ਕਰਕੇ ਪੇਂਡੂ ਏਰੀਆ ਜਿਹੜੇ ਰੂਰਲ ਏਰੀਆ ਨੇ ਉੱਥੇ ਸਰਕਾਰੀ ਸਕੂਲਾਂ ਦੇ ਵਿੱਚ ਹੀ ਬੱਚੇ ਪੜ੍ਹਦੇ ਨੇ ਔਰ ਸਰਕਾਰੀ ਸਕੂਲਾਂ ਦੀ ਸਥਿਤੀ ਜਿਹੜੀ ਹੈ ਕੋਈ ਬਹੁਤ ਵਧੀਆ ਪਿਛਲੇ ਦਿਨੀ ਜਿਹੜੀ ਨਹੀਂ ਰਹੀ ਪਿਛਲੀਆਂ ਸਰਕਾਰਾਂ ਦੇ ਦੌਰਾਨ। ਔਰ ਇਸੇ ਨੂੰ ਮੁੱਦਾ ਬਣਾ ਕੇ ਮਾਨ ਸਰਕਾਰ ਜਿਹੜੀ ਸੱਤਾ ਦੇ ਵਿੱਚ ਆਈ ਸੀ ਔਰ ਉਹਨਾਂ ਨੇ ਕਈ ਐਸੀ ਉਦਾਹਰਨਾਂ ਜਿਹੜੀਆਂ ਉਹ ਪੇਂਡੂ ਖੇਤਰ ਦੇ ਵਿੱਚ ਖਾਸ ਕਰਕੇ ਪੇਸ਼ ਕੀਤੀਆਂ, ਜਿੱਥੇ ਸਰਕਾਰੀ ਸਕੂਲਾਂ ਨੂੰ ਅਜਿਹੀ ਨੁਹਾਰ ਦਿੱਤੀ ਗਈ, ਅਜਿਹੀ ਉਹਨਾਂ ਦੀ ਨੁਹਾਰ ਬਦਲੀ ਗਈ ਜਿਹੜੀ ਕਿ ਦੇਖਣ ਨੂੰ
ਪ੍ਰਾਈਵੇਟ ਸਕੂਲਾਂ ਨਾਲੋਂ ਜਿਹੜੇ ਬਹੁਤ ਵਧੀਆ ਬਹੁਤ ਮਹਿੰਗੇ ਸਕੂਲ ਨੇ ਉਹਨਾਂ ਤੋਂ ਵੀ ਵਧੀਆ ਦੇਖਣ ਨੂੰ ਲੱਗਦੇ ਸੀ। ਤੁਸੀਂ ਇਹਨਾਂ ਬਾਰੇ ਕੁਝ ਦੱਸੋ। ਬਿਲਕੁਲ ਜੀ, ਦੇਖੋ ਜੇ ਇਹਨਾਂ ਨੇ ਇਨਫਰਾਸਟ੍ਰਕਚਰ ਨੂੰ ਡਿਵੈਲਪ ਕਰਿਆ ਉਹਦੇ ਨਾਲ ਹੀ ਅੱਜ ਸਰਕਾਰੀ ਸਕੂਲਾਂ ਦੇ ਵਿੱਚ ਵੈਲ ਕੁਆਲੀਫਾਈਡ ਜੋ ਆਲਰੇਡੀ 2-2 3-3 ਟੈਸਟ ਕੁਆਲੀਫਾਈ ਕਰਕੇ ਆਏ ਨੇ ਉਹਨਾਂ ਦੇ ਵਿੱਚ ਪ੍ਰਤਿਭਾ ਦੀ ਕਮੀ ਨਹੀਂ ਹੈ। ਬਾਤ ਕੀ ਹੈ, ਲਰਨਿੰਗ ਇਜ਼ ਦ ਆਰਟ ਆਫ ਅਟੈਂਸ਼ਨ। ਬੱਚਾ ਅਟੈਂਸ਼ਨ ਦਊ ਤਾਂ ਹੀ ਸਿੱਖ ਪਾਊ। ਬੱਚਿਆਂ ਨੂੰ ਉਸ ਮਾਡਲ ਲਈ ਜੋ ਤਿਆਰ ਕਰਨਾ ਸੀ, ਸਿੰਗਾਪੁਰ ਤੋਂ ਸਪੈਸ਼ਲ ਜੋ 36 ਪ੍ਰਿੰਸੀਪਲ ਭੇਜੇ ਨੇ ਉਹ ਟੀਚਰਾਂ ਨੂੰ ਅੱਗੇ ਟ੍ਰੇਨ ਕਰਨਗੇ, ਕਿਉਂਕਿ ਬੱਚਿਆਂ ਦੀ ਅਟੈਂਸ਼ਨ ਗ੍ਰੈਬ ਕਰਨੀ ਇਹ ਇੱਕ ਬਹੁਤ ਵੱਡਾ ਇੱਕ ਚੈਲੰਜ ਸੀ। ਬੱਚਿਆਂ ਦਾ ਇੰਟਰਸਟ ਕ੍ਰੀਏਟ ਕਰਨਾ, ਉਹ ਟੈਲਿੰਗ ਸਟੋਰੀਜ਼ ਦੀ ਰਿਸਰਚ ਕਰਨੀ, ਸਾਈਕੋਲੋਜੀਕਲੀ ਗ੍ਰੈਬ ਕਰਨਾ, ਇਹ ਇੱਕ ਚੈਲੰਜ ਬਣਿਆ ਹੋਇਆ ਸੀ। ਉਹ ਬੱਚਿਆਂ ਨੂੰ, ਯੂਥ ਨੂੰ ਅਸੀਂ ਖੜਾ ਕਰਨ ਲਈ ਕਿਤੇ ਨਾ ਕਿਤੇ ਮਾਨ ਸਰਕਾਰ ਨੇ ਸਕੂਲ ਆਫ ਐਮੀਨੈਂਸ ਮਾਡਲ ਤੇ ਇੱਕ ਫਾਊਂਡੇਸ਼ਨ ਜੋ ਤਿਆਰ ਕਰੀ ਹੈ, ਉਹਦਾ ਲਾਭ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਵੇਖਣ ਨੂੰ ਮਿਲੂ। ਔਰ ਇਹਦੇ ਨਾਲ ਵੀ ਹੋਰ ਮਾਨ ਸਰਕਾਰ ਹੈ ਜੋ ਇਹਦੇ ਕੰਮ ਕਰ ਰਹੀ ਹੈ, ਚਾਹੇ ਉਹ ਖੇਡ ਦਾ ਪੰਜਾਬ ਹੋਵੇ, ਚਾਹੇ ਵਿਜ਼ਨ ਪੰਜਾਬ ਹੋ, ਕਿਤੇ ਨਾ ਕਿਤੇ ਆਏ ਦਿਨ ਸਾਨੂੰ ਨਵੇਂ ਉਪਰਾਲੇ ਆ ਜੋ ਵੇਖਣ ਨੂੰ ਮਿਲ ਸਕਦੇ ਨੇ। ਔਰ ਇਸ ਤਰ੍ਹਾਂ ਦੀ ਟੈਕਨੋਲੋਜੀ ਨਾਲ ਜੋੜ ਕੇ ਅਸੀਂ ਅੱਗੇ ਲੀਡ ਕਰਨਾ, ਅੱਜ ਵਿਸ਼ਵ ਦੇ ਰੈਂਕਿੰਗ 'ਚ ਆਪਣੇ ਆਪ ਨੂੰ ਅੱਗੇ ਲਿਆ ਕੇ ਖੜਾ ਕਰਨਾ, ਇਹ ਅੱਜ ਮੁੱਢਲੀ ਇੱਕ ਜ਼ਰੂਰਤ ਬਣ ਗਈ ਸੀ, ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਇਹ ਵੀ ਮਾਡਲ ਹੈ ਜੋ ਸਕੂਲ ਆਫ ਐਮੀਨੈਂਸ ਦੇ ਵਿੱਚ ਵੇਖਣ ਨੂੰ ਮਿਲ ਸਕਦਾ। ਜਿਹੜੇ ਪ੍ਰਾਇਮਰੀ ਸਕੂਲ ਹੈਗੇ ਆ, ਪ੍ਰਾਇਮਰੀ ਪ੍ਰੀ ਪ੍ਰਾਇਮਰੀ ਜਿਹੜੇ ਸਕੂਲ ਹੈਗੇ ਆ, ਤੇ ਇਹਨਾਂ ਨੂੰ ਬਾਕਾਇਦਾ ਮਾਨ ਸਰਕਾਰ ਡਿਜੀਟਲ ਕਲਾਸਰੂਮ ਦੇਣ ਜਾ ਰਹੀ ਹੈ। ਡਿਜੀਟਲ ਕਲਾਸਰੂਮਾਂ ਦਾ ਅੱਜ ਕੱਲ੍ਹ ਦੇ ਜਿਹੜੇ ਬੱਚੇ ਹੈਗੇ ਜਿਹੜੇ ਮੋਬਾਈਲ ਨਾਲ ਜੁੜੇ ਹੁੰਦੇ ਆ, ਉਹਨਾਂ 'ਤੇ ਤੁਹਾਨੂੰ ਕੀ ਲੱਗਦਾ ਹੈ ਕਿ ਜ਼ਿਆਦਾ ਅਸਰ ਪਵੇਗਾ ਜਿਹੜਾ ਪੁਰਾਣਾ ਸਿਸਟਮ ਸੀਗਾ ਉਹਦੇ ਨਾਲੋਂ? ਬਿਲਕੁਲ ਜੀ, ਅੱਜ ਟੈਕਨੋਲੋਜੀ ਦਾ ਯੁੱਗ ਹੈ ਵਿਨੇ ਜੀ। ਅੱਜ ਟਾਈਮ ਫਾਸਟ ਹੋ ਗਿਆ, ਇੱਕ ਸਮਾਂ ਬਚਾਉਣਾ ਹੀ ਸਾਡੀ ਇੱਕ ਮੁੱਢਲੀ ਜ਼ਰੂਰਤ ਸੀ। ਅੱਜ ਗਲੋਬਲਾਈਜ਼ ਹੋ ਗਿਆ। ਅੱਜ ਤੁਸੀਂ ਆਪਣੇ ਘਰ ਬੈਠੇ ਹੀ ਵਿਦੇਸ਼ਾਂ ਤੱਕ ਟੈਕਨੋਲੋਜੀ ਨਾਲ ਜੁੜ ਸਕਦੇ ਹੋ ਤੇ ਉੱਥੋਂ ਦੀ ਟੈਕਨੋਲੋਜੀ ਨੂੰ ਇੱਥੇ ਲਿਆ ਸਕਦੇ ਹੋ, ਜਿਹਦੇ ਵਿੱਚ ਪਹਿਲਾਂ ਹੀ ਮਾਨ ਸਾਹਿਬ ਨੇ CM ਭਗਵੰਤ ਮਾਨ ਜੀ ਇਹਦੇ 'ਤੇ ਕੰਮ ਕਰ ਰਹੇ ਨੇ, ਜਿੱਥੇ ਕਿ ਜਰਮਨੀ ਤੱਕ ਉਹ ਇਨਵੈਸਟਮੈਂਟ ਲੈਣ ਲਈ ਉਹਨਾਂ ਨੇ ਉਪਰਾਲੇ ਕਰੇ ਨੇ ਤੇ ਕੋਸ਼ਿਸ਼ਾਂ ਕਰੀਆਂ। ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਇਨਵੈਸਟ ਪੰਜਾਬ ਦੇ ਵਿੱਚ ਸਾਨੂੰ ਐਜੂਕੇਸ਼ਨ ਖੇਤਰ ਦੇ ਵਿੱਚ ਇਨਵੈਸਟਮੈਂਟ ਹੈ ਉਹ ਦੇਖਣ ਨੂੰ ਮਿਲ ਜੂਗੀ, ਜਿੱਥੇ ਕਿ ਸਕਿੱਲ ਓਰੀਐਂਟਡ ਮਾਡਲ ਹੈ। ਅਸੀਂ ਯੂਥ ਨੂੰ ਮੌਕਾ ਮਿਲੂਗਾ ਕਿਤੇ ਨਾ ਕਿਤੇ ਆਪਣੀ ਪ੍ਰਤਿਭਾ ਨੂੰ ਨਿਖਾਰਨਾ ਔਰ ਟੈਕਨੋਲੋਜੀ ਨਾਲ ਅੱਗੇ ਲੈ ਕੇ ਜਾਣਾ। ਇਹ ਇੱਕ ਬਹੁਤ ਵੱਡੀ ਇੱਕ ਜ਼ਰੂਰਤ ਵੀ ਸੀ। ਔਰ ਜੋ ਤੁਸੀਂ ਸਮਾਰਟ ਔਰ ਡਿਜੀਟਲ ਐਜੂਕੇਸ਼ਨ ਦੀ ਗੱਲ ਕਰਦੇ ਹੋ, ਬੱਚੇ ਦਾ ਨਿਊਰੋ ਸਿਸਟਮ ਇੰਨਾ ਡਿਵੈਲਪ ਨਹੀਂ ਹੋਇਆ ਹੁੰਦਾ। ਬੱਚਾ ਅੱਜ 5ਵੀਂ ਦਾ 10ਵੀਂ ਜਮਾਤ ਤੱਕ ਦੇ ਜੋ ਬੱਚੇ ਨੇ ਉਹਨਾਂ ਦਾ ਨਿਊਰੋ ਸਿਸਟਮ ਇੰਨਾ ਡਿਵੈਲਪ ਨਹੀਂ ਹੋਇਆ ਹੁੰਦਾ, ਉਹ ਇਕੱਲੇ ਅਲਫਾਜ਼ਾਂ ਨੂੰ ਹੀ ਅੰਡਰਸਟੈਂਡ ਕਰ ਪਾਉਣ। ਤਾਂ ਉਹਦੇ ਲਈ ਸਾਨੂੰ ਐਨੀਮੇਸ਼ਨ ਵੀਡੀਓ ਹੈ ਜੋ ਕਿਤੇ ਨਾ ਕਿਤੇ ਕਾਰਗਰ ਸਾਬਿਤ ਹੁੰਦੀਆਂ। ਐਨੀਮੇਸ਼ਨ ਵੀਡੀਓ ਦੇ ਵਿੱਚ ਬੱਚਿਆਂ ਨੂੰ ਕਿਤੇ ਨਾ ਕਿਤੇ ਪ੍ਰੋਜੈਕਟਸ ਦਿਖਾਏ ਜਾਂਦੇ ਨੇ ਜਿਹਦੇ ਨਾਲ ਉਹ ਅੰਡਰਸਟੈਂਡ ਕਰ ਪਾਉਂਦੇ ਨੇ। ਉਹ ਸਾਇੰਸ ਦੇ ਸਟੂਡੈਂਟਸ ਖਾਸ ਕਰਕੇ ਉਹਦੇ ਵਿੱਚ ਗੈਸ ਦਾ, ਸਟੀਮ ਦਾ, ਕਲਰ ਕੋਡਿੰਗ ਦਾ ਇਫੈਕਟ ਹੈ ਜੋ ਬੱਚਿਆਂ ਨੂੰ ਲਰਨਿੰਗ ਲਈ ਬਹੁਤ ਜਲਦੀ ਹੀ ਕਿਤੇ ਨਾ ਯੂਰੋਪੀਅਨ ਸਟੈਂਡਰਡ 'ਤੇ ਇਹ ਕਿਤੇ ਨਾ ਖਰਾ ਉਤਰ ਰਿਹਾ, ਜਰਮਨੀ ਸਟੈਂਡਰਡ 'ਤੇ ਐਜੂਕੇਸ਼ਨ ਮਾਡਲ ਦੇ ਵਿੱਚ ਖਰਾ ਉਤਰ ਰਿਹਾ। ਅੱਜ ਸਾਡੇ ਬੱਚਿਆਂ ਨੂੰ ਵਿਦੇਸ਼ਾਂ ਦੇ ਵਿੱਚ ਜਾ ਕੇ ਭਾਰੀ ਇਨਵੈਸਟਮੈਂਟ ਕਰਕੇ ਮਾਪਿਆਂ ਨੂੰ ਪੈਸਾ ਖਰਚ ਕੇ ਭੇਜਣ ਦੀ ਜ਼ਰੂਰਤ ਨਹੀਂ ਪੈਂਦੀ। ਅਮਰੀਕਨ ਯੂਰੋਪੀਅਨ ਸਟੈਂਡਰਡ ਵਰਗੀ ਐਜੂਕੇਸ਼ਨ ਅਸੀਂ ਡਿਜੀਟਲ ਮਾਧਿਅਮ ਦੇ ਵਿੱਚ ਸਮਾਰਟ ਐਜੂਕੇਸ਼ਨ ਹੈ ਜੋ CM ਭਗਵੰਤ ਮਾਨ ਸਕੂਲ ਆਫ ਐਮੀਨੈਂਸ ਦੇ ਮਾਡਲ ਨੂੰ ਇੱਥੇ ਪ੍ਰਸਤੁਤ ਕਰ ਰਹੇ ਨੇ, ਇੱਥੇ ਦੇਖਣ ਦਾ ਔਰ ਪੜ੍ਹਾਉਣ ਦਾ, ਟਰਾਂਸਫੋਰਮੇਸ਼ਨ ਕਰਨ ਦਾ ਮੌਕਾ ਮਿਲ ਰਿਹਾ। ਔਰ ਵੈਸਟ ਐਜੂਕੇਸ਼ਨ ਜਿਹਦੀ ਅਸੀਂ ਗੱਲ ਕਰੀਏ, ਵੈਸਟ ਟਰਾਂਸਫੋਰਮੇਸ਼ਨ ਵੀ ਉਨੀ ਓ ਜ਼ਰੂਰੀ ਹੈ ਵੀ ਅਸੀਂ ਇੱਕ ਬਿਜ਼ਨਸ ਨਾ ਸ਼ੋਅ ਕਰੀਏ, ਅਸੀਂ ਐਕਚੁਅਲ ਵੈਲਿਊ ਕੀ ਮਿਲ ਰਹੀ ਹੈ ਸਟੂਡੈਂਟਸ ਨੂੰ, ਉਹਦੀ ਐਕਚੁਅਲ ਕ੍ਰਿਟੀਕਲ ਥਿੰਕਿੰਗ ਕਿਵੇਂ ਡਿਵੈਲਪ ਹੋ ਰਹੀ ਹੈ, ਉਹਦੀ ਪਰਸਨੈਲਿਟੀ ਕਿਸ ਤਰ੍ਹਾਂ ਇਨਹਾਂਸ ਹੋ ਰਹੀ ਹੈ। ਇਹ ਬਹੁਤ ਇੱਕ ਜ਼ਰੂਰੀ ਸੀ ਜਿਹਦੇ ਅੱਜ ਉਹ ਕਿਤੇ ਨਾ ਕਿਤੇ ਸਰਕਾਰਾਂ ਵੱਲੋਂ ਬੁਨਿਆਦੀ ਰੂਪ ਦੇ ਵਿੱਚ ਉਹਦੀ ਫਾਊਂਡੇਸ਼ਨ ਹੈ, ਫੰਡਾਮੈਂਟਲ 'ਤੇ ਕੰਮ ਕਰਿਆ ਜਾ ਰਿਹਾ, ਉਹ ਜਿਹਦਾ ਲਾਭ ਆਉਣ ਵਾਲੇ ਟਾਈਮ ਦੇ ਵਿੱਚ ਪੂਰੇ ਸੂਬੇ ਨੂੰ ਵੇਖਣ ਨੂੰ ਮਿਲ ਜੂਗਾ। ਜਿੱਦਾਂ ਕਦੀ ਪਹਿਲਾ ਸਿਸਟਮ ਸੀਗਾ, ਫਿਲਮਾਂ ਅਸੀਂ ਦੇਖ ਕੇ ਜਦੋਂ ਨਿਕਲਦੇ ਹੁੰਦੇ ਸੀਗੇ ਜਦੋਂ ਫਿਲਮਾਂ ਦੇ ਡਾਇਲੌਗ ਤੱਕ, ਸੀਨ ਤੱਕ ਸਾਨੂੰ ਯਾਦ ਹੁੰਦੇ ਸੀਗੇ ਜੀ। ਯਾਨੀ ਕਹਿਣ ਦਾ ਮਤਲਬ ਇਹ ਹੋਇਆ ਕਿ ਹੁਣ ਜਿਹੜੇ ਮਾਡਲ ਸਕੂਲ ਨੇ ਜਾਂ ਡਿਜੀਟਲ ਸਕੂਲ ਨੇ ਉਹ ਉਹਦੇ 'ਚ ਪੜ੍ਹਨ ਨਹੀਂ, ਦੇਖਣ ਜਾਣਾ, ਬੱਚੇ ਦੇਖਣ ਜਾਣਗੇ। ਸਿੱਖਿਆ ਨੂੰ ਦੇਖਣਾ ਜ਼ਰੂਰੀ ਹੋ ਗਿਆ ਹੁਣ, ਕਿਉਂਕਿ ਡਿਜੀਟਲ ਦੇ ਵਿੱਚ ਇਹੀ ਹੈ ਨਾ ਕਿ ਜਿਹੜੀ ਚੀਜ਼ ਤੁਸੀਂ ਕਿਤਾਬਾਂ ਦੇ ਵਿੱਚ, ਜਿਹੜੇ ਮਾਡਲ ਤੁਸੀਂ ਕਿਤਾਬਾਂ ਦੇ ਵਿੱਚ ਦੇਖਦੇ ਸੀਗੇ ਜਾਂ ਜਿਹੜੇ ਤੁਸੀਂ ਖਾਸ ਚੀਜ਼ਾਂ ਜਿਹੜੀ ਤੁਹਾਨੂੰ ਬਲੈਕ ਬੋਰਡ 'ਤੇ ਬਣਾ ਕੇ ਦਿਖਾਈਆਂ ਜਾਂਦੀਆਂ ਸੀ ਕਿਸੇ ਵੇਲੇ ਪ੍ਰਿੰਸੀਪਲਾਂ ਵੱਲੋਂ ਜਾਂ ਟੀਚਰਸ ਵੱਲੋਂ ਦਿਖਾਈਆਂ ਜਾਂਦੀਆਂ ਸੀਗੀਆਂ, ਤੇ ਉਹ ਉਹਨੇ ਪਰਫੈਕਟ ਜਿਹੜੇ ਬਲੈਕ ਬੋਰਡ ਦੇ ਵਿੱਚ ਨਹੀਂ ਬਣ ਪਾਉਂਦੇ ਸੀ ਜਿੰਨਾ ਡਿਜੀਟਲ ਬੋਰਡ ਦੇ ਉੱਪਰ ਬਣ ਸਕਦੇ ਆ।
ਆਪ ਕੀ ਇਹਦੇ ਨਾਲ ਜਿਹੜੀ ਹੈ ਡਿਜੀਟਲ ਕਲਾਸਰੂਮਸ ਦੇ ਨਾਲ ਅਜਿਹਾ ਕੋਈ ਇੰਪੈਕਟ ਵੀ ਜਿਹੜਾ ਹੈਗਾ ਅੱਜ ਦੀ ਐਜੂਕੇਸ਼ਨ ਤੇ ਪੈਣ ਵਾਲਾ ਹੈ? ਬਿਲਕੁਲ ਜੀ, ਜੇ 3D ਮਾਡਲ ਦੀ ਜੇ ਅਸੀਂ ਗੱਲ ਕਰੀਏ, 3D ਮਾਡਲ ਹੈ ਜੋ ਕਿਤੇ ਨਾ ਕਿਤੇ ਬੱਚਿਆਂ ਨੂੰ ਵਿਜ਼ੂਅਲਾਈਜ਼ ਕਰਨਾ ਔਰ ਉਹਨੂੰ ਇਫੈਕਟ ਨੂੰ ਐਨਾਲਿਸਿਸ ਕਰਨਾ ਬਹੁਤ ਈਜ਼ੀ ਹੋ ਗਿਆ। ਕਿਤੇ ਨਾ ਕਿਤੇ ਬੱਚਿਆਂ ਦੇ ਮੈਂਟਲ ਪ੍ਰੈਸ਼ਰ ਨਹੀਂ ਰਹਿੰਦਾ। ਕਿਤੇ ਨਾ ਕਿਤੇ ਜਦੋਂ ਐਗਜ਼ਾਮ ਟਾਈਮ ਦੇ ਵਿੱਚ ਪੇਰੈਂਟਸ ਜੋ ਹੈ ਇੱਕ ਵੱਡੀ ਜੋ ਇੱਕ ਪ੍ਰੈਸ਼ਰ ਕ੍ਰੀਏਟ ਕਰਦੇ ਨੇ ਬੱਚਿਆਂ ਤੇ, ਕਿਤੇ ਨਾ ਕਿਤੇ ਅਕੈਡਮਿਕ ਸਕੋਰ ਵਧਾਉਣ ਦੀ ਜੋ ਗੱਲ ਆਖਦੇ ਨੇ, ਅਕੈਡਮਿਕ ਸਕੋਰਾਂ ਤੱਕ ਹੀ ਨਹੀਂ ਬੱਚੇ ਨੂੰ ਸੀਮਿਤ ਰੱਖਿਆ ਜਾਂਦਾ। ਬੱਚਿਆਂ ਨੂੰ ਐਕਚੁਅਲ 'ਚ ਲਰਨਿੰਗ ਕੀ ਕਰੀ ਹੈ, ਐਕਚੁਅਲ ਦੇ ਵਿੱਚ ਉਹਦੀ ਕ੍ਰਿਟੀਕਲ ਥਿੰਕਿੰਗ ਕੀ ਡਿਵੈਲਪ ਹੋਈ ਹੈ, ਉਹ ਅੰਡਰਸਟੈਂਡ ਕੀ ਕਰ ਪਾਇਆ ਔਰ ਉਹ ਸਕਿੱਲਸ ਹਾਸਲ ਕਰੇ ਨੇ, ਇੰਪਾਵਰਮੈਂਟ ਜਨਰੇਟ ਹੋਈ ਆ ਤਾਂ ਕਿ ਉਹ ਅਕੈਡਮਿਕ ਡਿਗਰੀਆਂ ਲੈ ਕੇ ਅੱਜ ਲਾਈਨਾਂ ਦੇ ਵਿੱਚ ਯੂਥ ਖੜਾ ਨਜ਼ਰ ਆਉਂਦਾ, ਜਿੱਥੇ ਧਰਨੇ ਮੁਜ਼ਾਹਰੇ ਪ੍ਰਦਰਸ਼ਨਾਂ ਤੱਕ ਸੀਮਿਤ ਰਹਿ ਜਾਂਦਾ। ਅੱਜ ਯੂਥ ਜੋ ਐਕਚੁਅਲ ਦੇ ਵਿੱਚ ਲਰਨਿੰਗ ਹੈ, ਜੋ ਐਕਚੁਅਲ 'ਚ ਸਕਿੱਲਸ ਹਾਸਲ ਕਰੂਗਾ ਤਾਂ ਉਹਨੂੰ ਕਿਤੇ ਨਾ ਕਿਤੇ ਉਹ ਧਰਨੇ ਮੁਜ਼ਾਹਰਿਆਂ ਦੇ ਟਾਈਮ ਖਰਾਬ ਕਰਨ ਨਾਲੋਂ ਉਹ ਆਪਣੇ ਸਟਾਰਟਅਪਸ ਲਾਂਚ ਕਰ ਸਕਦਾ। ਔਰ ਮਾਨ ਸਰਕਾਰ ਬਹੁਤ ਸਾਰੇ ਇੱਕ ਨਵੇਂ ਆਉਣ ਵਾਲੇ ਟਾਈਮ ਦੇ ਵਿੱਚ ਸਟਾਰਟਅਪਸ ਵੀ ਲੈ ਕੇ ਆ ਰਹੀ ਹੈ, ਜਿੱਥੇ ECM ਤੇ ਦਿੱਲੀ ਗਵਰਨਮੈਂਟ ਨੇ ਇੰਟਰਪ੍ਰੈਨਿਓਰਸ਼ਿਪ ਕਰਿਕੂਲਰ ਮਾਈਂਡਸੈਟ ਤੇ ਆਲਰੇਡੀ 18 ਕਰੋੜ ਦੀ ਇੱਕ ਵੱਡੀ ਇਨਵੈਸਟਮੈਂਟ ਖਰਚੀ, ਜਿੱਥੇ ਬੱਚਿਆਂ ਨੂੰ ਇਨਵੈਸਟ ਕਰਨ ਲਈ ਔਰ ਪੈਸੇ ਦੇ ਕੇ ਕਿਤੇ ਨਾ ਕਿਤੇ ਖੁਦ ਇੱਕ ਬਿਜ਼ਨਸ ਮਾਡਲ ਛੋਟੇ ਛੋਟੇ ਸਟਾਰਟਅਪਸ ਖੜੇ ਕਰਨ ਦਾ ਇੱਕ ਮੌਕਾ ਦਿਆ ਸੀ। ਇਸ ਤਰ੍ਹਾਂ ਦੇ ਇੰਟਰਪ੍ਰੈਨਿਓਰਸ਼ਿਪ ਪ੍ਰੋਗਰਾਮ ਆਉਣ ਵਾਲੇ ਟਾਈਮ ਦੇ ਵਿੱਚ ਮਾਨ ਸਰਕਾਰ ਵੱਲੋਂ ਇੱਕ ਸ਼ੁਰੂ ਕਰੇ ਜਾਣਗੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਬੱਚਿਆਂ ਨੂੰ ਕਿਤੇ ਨਾ ਕਿਤੇ ਉਹ ਐਗਜ਼ਿਸਟੈਂਸ ਹੈ ਜੋ ਸੋਸਾਇਟੀ 'ਚ ਬੱਚਿਆਂ ਨੂੰ ਪਰਪਸ ਆਫ ਲਾਈਫ ਇੱਕ ਦੇਖਣ ਨੂੰ ਮਿਲੂਗਾ। ਉਹ ਕਿਤੇ ਨਾ ਕਿਤੇ ਜਦੋਂ ਆਉਣ ਵਾਲੇ ਟਾਈਮ ਦੇ ਵਿੱਚ ਬੱਚਾ ਸ਼ਾਦੀ ਤੋਂ ਬਾਅਦ ਕਿਤੇ ਨਾ ਕਿਤੇ ਉਹ ਸਮਝਦਾ ਸੀਗਾ, ਅੰਡਰਸਟੈਂਡਿੰਗ ਮੈਚਿਓਰਿਟੀ ਵੱਧਦੀ ਸੀ ਵੀ ਸਮਾਜ 'ਚ ਡੀਲ ਕਿਵੇਂ ਕਰਨਾ, ਜਿਹਨੂੰ ਅਸੀਂ ਕਹਿੰਦੇ ਹਾਂ ਬੱਚਿਆਂ ਦੇ IQ ਦੀ ਗੱਲ ਕਰੀਏ, ਇੰਟੈਲੀਜੈਂਸ ਕੋਸ਼ੈਂਟ ਦੀ ਗੱਲ ਕਰੀਏ, ਇਕੱਲਾ IQ ਡਿਵੈਲਪ ਕਰਨ ਲਈ ਨਹੀਂ ਜੀ, ਇਹ ਹੁਣ EQ ਵੀ ਡਿਵੈਲਪ ਹੋਊਗਾ, ਇਮੋਸ਼ਨ ਕੋਸ਼ੈਂਟ ਵੀ ਡਿਵੈਲਪ ਹੋਊਗਾ ਬੱਚੇ ਦਾ, ਜੋ ਕਿ ਅੱਜ ਕਾਰਪੋਰੇਟ ਅਦਾਰਿਆਂ ਨੂੰ ਮੁੱਢਲੀ ਜ਼ਰੂਰਤ ਸੀ, ਜਿੱਥੇ ਉਹ EMPLOYEES ਨੂੰ ਹੈਂਡਲ ਕਿਵੇਂ ਕਰਨਾ ਹੈ। ਬੱਚਾ ਐਜੂਕੇਸ਼ਨ ਲੈ ਕੇ ਉਹ ਕਾਰਪੋਰੇਟ ਅਦਾਰਿਆਂ 'ਚ ਚੱਲ ਜਾਂਦਾ, ਉਹਨੂੰ EMPLOYEEਆਂ ਨੂੰ ਡੀਲ ਹੀ ਨਹੀਂ ਕਰਨਾ ਆਉਂਦਾ। EQ ਨਹੀਂ ਜੇ ਡਿਵੈਲਪ ਹੋਊਗਾ, ਮੈਨੇਜਮੈਂਟ 'ਚ ਕਿਸ ਤਰ੍ਹਾਂ ਅੱਗੇ ਆਪਣੇ ਆਪ ਨੂੰ ਵੱਧ ਪਾਉਣਗੇ ਜਾਂ ਆਪਣੀਆਂ ਵੈਲਿਊ ਐਡੀਸ਼ਨਸ ਕਿਸ ਤਰ੍ਹਾਂ ਕਰ ਪਾਉਣਗੇ, ਕਿਉਂਕਿ ਅਦਾਰੇ ਕਾਰਪੋਰੇਟ ਅਦਾਰੇ ਕੁਝ ਹੋਰ ਡਿਮਾਂਡ ਕਰਦੇ ਆ ਔਰ ਬੱਚੇ ਲਵੇ ਉਹ ਸਕਿੱਲਸ ਹੀ ਨਹੀਂ ਹੁੰਦੇ। ਫਿਰ ਮੁੜ ਤੋਂ ਉਹਦੀਆਂ ਫਿਰ ਦੁਬਾਰਾ ਤੋਂ ਰੀਫਰੈਸ਼ ਟ੍ਰੇਨਿੰਗਾਂ ਹੁੰਦੀਆਂ ਨੇ, ਫਿਰ ਜਾ ਕੇ ਕਿਤੇ ਉਹਦੀ ਸੈਟਲਮੈਂਟ ਹੁੰਦੀ ਆ। ਇਹ ਕਾਰਪੋਰੇਟ ਅਦਾਰਿਆਂ ਨਾਲ ਟਾਈ ਅਪ ਕਰਕੇ ਸਰਕਾਰਾਂ ਨੇ, ਮਾਨ ਸਰਕਾਰ ਨੇ ਪਹਿਲਾਂ ਹੀ ਬੱਚਿਆਂ ਦੀ ਇੱਕ ਫਾਊਂਡੇਸ਼ਨ ਖੜੀ ਕਰ ਦੇਣੀ ਆ ਔਰ ਤੁਰੰਤ ਬੱਚਾ ਜੋ ਆਪਣੀ ਡਿਗਰੀਆਂ ਜੋ ਹਾਸਲ ਕਰੂਗਾ ਸਕਿੱਲ ਓਰੀਐਂਟਡ ਹੋਣਗੀਆਂ ਔਰ ਬੱਚੇ ਨੂੰ ਕਿਤੇ ਨਾ ਕਿਤੇ ਉਹ ਧਰਨੇ ਮੁਜ਼ਾਹਰੇ ਦੀ ਬਜਾਏ ਕਾਰਪੋਰੇਟ ਅਦਾਰਿਆਂ 'ਚ ਸਿੱਧਾ ਉਹ ਨੌਕਰੀ ਪ੍ਰਾਪਤ ਕਰ ਸਕਦਾ। ਔਰ ਗਲੋਬਲਾਈਜ਼ ਹੋ ਗਿਆ, AI ਸਿਸਟਮ ਹੈ ਅੱਜ, ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜ਼ਮਾਨਾ, ਬੱਚਾ ਫ੍ਰੀਲੈਂਸਿੰਗ ਕਰਕੇ ਗਲੋਬਲਾਈਜ਼ ਘਰ ਬੈਠੇ ਵੀ ਬਹੁਤ ਸਾਰੀ ਅਰਨਿੰਗ ਹੈ ਉਹ ਲਿਆ ਸਕਦਾ ਔਰ ਮੁਲਕ ਦੇ ਵਿੱਚ ਇਕਨੋਮੀ 'ਚ ਵਾਧਾ ਕਰ ਸਕਦਾ ਹੈ। ਇਹ ਸਾਡੇ CM ਭਗਵੰਤ ਮਾਨ ਜੀ ਦਾ ਜੋ ਐਜੂਕੇਸ਼ਨ ਮਾਡਲ ਆ ਕਿਤੇ ਨਾ ਕਿਤੇ ਆਏ ਦਿਨ ਇੱਕ ਰੈਵੋਲੂਸ਼ਨ ਕ੍ਰੀਏਟ ਕਰ ਸਕਦਾ। ਯਾਨੀ ਜਿਹੜੀ ਹੁਣ ਐਜੂਕੇਸ਼ਨ ਹੋਣ ਜਾ ਰਹੀ ਹੈ ਪੰਜਾਬ ਦੇ ਵਿੱਚ, ਜਿਹੜੀ ਪਹਿਲਾਂ ਕਦੀ ਨਹੀਂ ਹੋਈ, ਯਾਨੀ ਹੁਣ ਐਜੂਕੇਸ਼ਨ ਜਿਹੜੀ ਹੋਣ ਜਾ ਰਹੀ ਹੈ ਉਹ ਮਲਟੀਨੈਸ਼ਨਲ ਕੰਪਨੀਆਂ ਦੇ ਆਧਾਰ ਤੇ ਹੋਣ ਜਾ ਰਹੀ ਹੈ, ਤਾਂ ਕਿ ਜਿਹੜਾ ਪੰਜਾਬ ਦਾ ਸਟੂਡੈਂਟ ਹੈ, ਖਾਸ ਕਰਕੇ ਹੁੰਦਾ ਕੀ ਸੀਗਾ ਪਹਿਲਾਂ ਮੈਂ ਦੇਖਿਆ ਕਿ PSEB ਦਾ ਪੜ੍ਹਿਆ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਪੜ੍ਹਿਆ ਹੋਇਆ ਬੱਚਾ ਹੈਗਾ, ਉਹਨੂੰ ਕੋਈ ਬਹੁਤ ਜ਼ਿਆਦਾ ਵਧੀਆ ਨਜ਼ਰ ਨਾਲ ਨਹੀਂ ਸੀ ਦੇਖਿਆ ਜਾਂਦਾ, ਕਿਉਂਕਿ ਉਹਨੂੰ ਪਤਾ ਸੀਗਾ ਕਿ ਜਿੰਨੇ ਕਿ ਉੱਥੇ ਹਾਲਾਤ ਪੜ੍ਹਾਉਣ ਦੇ ਸਹੀ ਹੈ ਉਹਨਾਂ ਕੁ ਪੜ੍ਹਨ ਵਾਲਿਆਂ ਦੇ ਵੀ ਹੋਣੇ। ਇਸ ਕਰਕੇ ਜ਼ਿਆਦਾਤਰ CBSE ਜਾਂ ਦਿੱਲੀ ਐਜੂਕੇਸ਼ਨ ਸਿਸਟਮ ਜਿਹੜਾ ਹੈਗਾ ਉਹਨਾਂ ਨੂੰ ਪ੍ਰੈਫਰ ਕੀਤਾ ਜਾਂਦਾ ਸੀਗਾ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੂੰ ਇੰਨੀ ਕੁ ਵਧੀਆ ਨਜ਼ਰ ਨਾਲ ਜਿਹੜਾ ਹੈਗਾ ਸਾਹਮਣੇ ਤੁਹਾਨੂੰ ਜਿਹੜਾ ਨੌਕਰੀ ਦੇਣ ਵਾਲਾ ਮਾਲਕ ਹੈ ਉਹ ਇੰਨੀ ਵਧੀਆ ਤਰੀਕੇ ਨਾਲ ਦੇਖਦਾ ਨਹੀਂ ਸੀ। ਮਾਲਕ ਕਹਿ ਲਓ ਜਾਂ ਤੁਸੀਂ CEO ਕਹਿ ਲਓ, ਉਹ ਇੰਟਰਵਿਊ ਤੋਂ ਹੀ ਪਹਿਲਾਂ ਹੀ ਜਦੋਂ ਤੁਹਾਡਾ CV ਦੇਖਦਾ ਸੀਗਾ ਤੇ ਉਹਦੇ 'ਚ ਜੇ ਤੁਸੀਂ ਲਿਖਿਆ ਹੈ ਕਿ PSEB ਤੋਂ ਮੈਂ 10ਵੀਂ ਕੀਤੀ ਹੈ ਤੇ ਉਸ ਤੋਂ ਬਾਅਦ ਮੈਂ ਫਲਾਣੇ ਕਾਲਜ 'ਚ ਪੜ੍ਹਿਆ, ਤੇ ਉਦੋਂ ਉਹ ਇੰਪੈਕਟ ਜਿਹੜਾ ਹੈਗਾ ਕੋਈ ਬਹੁਤਾ ਵਧੀਆ ਨਹੀਂ ਸੀ ਪੈਂਦਾ। ਲੇਕਿਨ ਹੁਣ ਜਿਹੜਾ ਸਿਸਟਮ ਇੱਕ ਮੌਜੂਦਾ ਸਰਕਾਰ ਵੱਲੋਂ ਸ਼ੁਰੂ ਕੀਤਾ ਜਾ ਰਿਹਾ ਹੈ, ਕੀ ਇਸ ਧਾਰਨਾ ਨੂੰ ਚੇਂਜ ਕਰ ਪਾਏਗਾ? ਬਿਲਕੁਲ ਜੀ, ਦੇਖਿਏ ਜੇ ਅਸੀਂ ਗੱਲ ਕਰੀਏ CBSE ਜਾਂ ICSE ਦੇ ਬੋਰਡ ਦੀ ਗੱਲ ਕਰਦੇ ਹੋ, ਜੇ ਉਹਨਾਂ ਦੇ ਰੂਲ ਪਾਲਿਸੀਜ਼ ਬਣਦੀਆਂ ਨੇ ਉਹਨੂੰ ਜੇ ਸਟੇਟ ਗੌਰਮੈਂਟਾਂ ਅਡੋਪਟ ਕਰ ਲੈਂਦੀਆਂ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਅਡੋਪਟ ਕਰ ਰਿਹਾ ਔਰ ਉਹਨੇ ਤਾਂ ਨੈਕਸਟ ਲੈਵਲ ਤੇ ਸਕੂਲ ਆਫ ਐਮੀਨੈਂਸ ਮਾਡਲ ਹੈ ਜੋ ਉਹ ਕਿਤੇ ਨਾ ਕਿਤੇ ਇੰਟਰਨੈਸ਼ਨਲ ਲੈਵਲ ਦੀ ਐਜੂਕੇਸ਼ਨ, ਯੂਰਪੀਅਨ ਸਟੈਂਡਰਡ ਦੀ ਐਜੂਕੇਸ਼ਨ ਹੈ ਜੋ ਉਸ ਮਾਡਲ ਤੇ ਚੱਲ ਰਿਹਾ। ਔਰ ਇਹ ਪਾਲਿਸੀਆਂ ਕਿਤੇ ਨਾ ਕਿਤੇ ਆਉਣ ਵਾਲੇ ਟਾਈਮ ਦੇ ਵਿੱਚ ਯੂਥ ਨੂੰ ਅੱਗੇ ਲਿਜਾ ਸਕਦੀਆਂ ਨੇ, ਕਿਉਂਕਿ ਉਹਦੀ ਕ੍ਰਿਟੀਕਲ ਥਿੰਕਿੰਗ ਡਿਵੈਲਪ ਕਰਨੀ। ਤੁਸੀਂ ਇੰਟਰਵਿਊ ਦੀ ਗੱਲ ਕਰਦੇ ਹੋ, ਬੱਚਾ 16 ਸਾਲ ਪੜ੍ਹਾਈ ਕਰਦਾ, 18 ਸਾਲ ਪੜ੍ਹਾਈ ਕਰਦਾ, ਉਹ ਆਪਣੀ 10 ਮਿੰਟ ਦੀ ਇੰਟਰਵਿਊ ਦੇ ਵਿੱਚ ਉਹ 16 ਸਾਲ ਦੀ ਪੜ੍ਹਾਈ ਕਿਸ ਤਰ੍ਹਾਂ ਦੱਸ ਪਾਊਗਾ? ਇਹਦੇ ਲਈ ਸਭ ਤੋਂ ਬੈਸਟ ਜੋ ਜਿੱਥੇ ਕੰਮ ਕਰਨ ਦੀ ਜ਼ਰੂਰਤ ਸੀਗੀ ਕਿਤੇ ਨਾ ਕਿਤੇ ਕਮਿਊਨੀਕੇਸ਼ਨ ਸਕਿੱਲਸ ਦੀ ਅਸੀਂ ਗੱਲ ਕਰੀਏ, ਕਮਿਊਨੀਕੇਸ਼ਨ ਸਕਿੱਲਸ, ਪਰਸਨੈਲਿਟੀ ਨੂੰ ਇਨਹਾਂਸ ਕਰਨਾ, ਜਿੱਥੇ ਮਾਨ ਸਾਹਿਬ ਨੇ CM ਮਾਨ ਸਾਹਿਬ ਨੇ
ਇਸ ਸਕੂਲ ਆਫ ਐਮੀਨੈਂਸ ਮਾਡਲ ਦੇ ਵਿੱਚ ਕਿਤੇ ਨਾ ਕਿਤੇ ਅੱਜ ਬਹੁਤ ਵੱਡੀ ਇੱਕ ਉਪਰਾਲੇ ਕਰ ਰਹੇ ਨੇ, ਸੈਸ਼ਨਸ ਲਗਵਾਉਣ ਦੀ ਕੋਸ਼ਿਸ਼ਾਂ ਜਾਰੀ ਨੇ, ਜਿੱਥੇ ਤੁਹਾਨੂੰ ਆਏ ਦਿਨ ਰੀਸੈਂਟਲੀ ਪੀਟੀਐਮ ਦੀ ਗੱਲ ਕਰੀਏ, ਮੈਗਾ ਇਵੈਂਟ ਇੱਕ ਕਰਾਇਆ, ਉਹ ਅਟਰੈਕਸ਼ਨ ਦਾ ਹੀ ਇੱਕ ਪਾਰਟ ਸੀ, ਜਿੱਥੇ ਕਿਤੇ ਨਾ ਕਿਤੇ ਪੇਰੈਂਟਸ ਦੀ ਪ੍ਰੋਬਲਮਸ ਨੂੰ ਔਰ ਬੱਚਿਆਂ ਦੀ ਪ੍ਰੋਬਲਮ ਨੂੰ ਸਮਝਣ ਦੀ ਜ਼ਰੂਰਤ ਸੀ, ਕਿਉਂਕਿ ਬੱਚਾ 5 ਘੰਟੇ ਸਕੂਲ ਦੇ ਵਿੱਚ ਹੈ, ਰਿਮੇਨਿੰਗ 19 ਆਵਰ 19 ਘੰਟੇ ਉਹ ਮਾਪਿਆਂ ਲਈ ਵੀ ਹੈ, ਔਰ ਮਾਪੇ ਜੋ ਪ੍ਰੋਬਲਮ ਲੈ ਕੇ ਜਾਂਦੇ ਨੇ ਉਹ ਸਬਜੈਕਟ ਟੀਚਰ ਲੈਵਲ ਲੈ ਕੇ ਜਾਂਦੇ ਨੇ, ਕਿਉਂਕਿ ਉਹ ਕਿਸ ਤਰ੍ਹਾਂ ਦੇ ਸਰਕਮਸਟੈਂਸਿਸ ਵੱਡਾ ਹੋ ਰਿਹਾ, ਕੀ ਉਹਨਾਂ ਦੇ ਮਾਪਿਆਂ ਦੀ ਗਾਈਡੈਂਸ ਹੈ, ਮੈਂਟਰਸ਼ਿਪ ਹੈ, ਉਹਦਾ ਇਫੈਕਟ ਕਿਤੇ ਨਾ ਕਿਤੇ ਬੱਚੇ ਤੇ ਪੈਂਦਾ, ਔਰ ਪੇਰੈਂਟਸ ਜੋ ਪ੍ਰੋਬਲਮਾਂ ਲੈ ਕੇ ਜਾਂਦੇ ਨੇ ਉਹ ਸਬਜੈਕਟ ਟੀਚਰ ਲੈਵਲ ਲੈ ਕੇ ਜਾਂਦੇ ਨੇ, ਉਹ ਸਾਈਕੋਲੋਜੀਕਲ ਪ੍ਰੋਬਲਮਸ ਹੁੰਦੀਆਂ ਨੇ, ਜਾਂ ਉਹਨਾਂ ਦੇ ਮੈਂਟਰਸ਼ਿਪ ਦੀ ਜੋ ਕਮੀ ਰਹਿੰਦੀ ਹੈ ਉਹਦੀਆਂ ਪ੍ਰੋਬਲਮਾਂ ਹੁੰਦੀਆਂ, ਔਰ ਮਾਹੌਲ ਦੇਣਾ, ਜੋ ਸਰਕਮਸਟੈਂਸਿਸ ਕ੍ਰੀਏਟ ਕਰਨੇ, ਇਹ ਮਾਪਿਆਂ ਦੀ ਵੱਡੀ ਜ਼ਿੰਮੇਵਾਰੀ ਸੀ। ਕਿਤੇ ਨਾ ਕਿਤੇ ਉਹ ਮੈਂਟਰਸ਼ਿਪ ਪ੍ਰੋਗਰਾਮ ਦੇ ਵਿੱਚ ਮੈਗਾ ਪੀਟੀਐਮ ਦੀ ਗੱਲ ਕਰੀਏ, ਪੇਰੈਂਟਸ ਟੀਚਰ ਮੀਟਿੰਗ ਦੇ ਵਿੱਚ ਉਹ ਚੀਜ਼ਾਂ ਦੀ ਕਮੀ ਹੈ ਜੋ ਦੂਰ ਕਰਨ ਲਈ ਮਾਨ ਸਾਹਿਬ ਨੇ ਇਹ ਕਿਤੇ ਨਾ ਕਿਤੇ ਇੱਕ ਦਿਨ ਦਾ ਵੱਡਾ ਇਵੈਂਟ ਰੱਖਿਆ ਸੀ, ਔਰ ਆਉਣ ਵਾਲੇ ਟਾਈਮ ਦੇ ਵਿੱਚ ਇਸ ਤਰ੍ਹਾਂ ਦੀ ਅਟਰੈਕਸ਼ਨ ਸਾਨੂੰ ਹੋਰ ਵੇਖਣ ਨੂੰ ਮਿਲ ਜਾਣਗੀਆਂ, ਜਿੱਥੇ ਮਾਪੇ ਨਾਲ ਸਿੱਧੀ ਹੈ ਜੋ ਕਿਤੇ ਨਾ ਕਿਤੇ ਪ੍ਰੋਬਲਮ ਤੇ ਡਿਸਕਸ ਵੀ ਹੋਊਗਾ, ਔਰ ਰੈਜ਼ੋਲੂਸ਼ਨ ਸੋਲੂਸ਼ਨ ਓਰੀਐਂਟਡ ਜੋ ਐਕਟੀਵਿਟੀਜ਼ ਸਾਨੂੰ ਇਹ ਵੇਖਣ ਨੂੰ ਮਿਲ ਜਾਣਗੀਆਂ, ਔਰ ਆਉਣ ਵਾਲੇ ਟਾਈਮ ਦੇ ਵਿੱਚ ਇਹ ਵੀ ਕਿਤੇ ਨਾ ਕਿਤੇ ਮੈਨ ਪਾਵਰ ਹੈ, ਸਾਡਾ ਯੂਥ ਹੈ, ਉਹ ਯੂਥ ਇੱਕ ਲਾਇਬਿਲਿਟੀ ਬਣ ਕੇ ਸਟੇਟ ਲਈ ਨਹੀਂ ਰਹੂਗਾ, ਉਹ ਐਸੈਟ ਬਣ ਜਾਊਗਾ ਬਿਨੇ ਸਾਹਿਬ, ਔਰ ਇਹ ਐਸੈਟ ਹੈ ਕਿਤੇ ਨਾ ਕਿਤੇ ਸਾਡੇ ਦੇਸ਼ ਨੂੰ, ਕੰਟਰੀ ਨੂੰ, ਸੂਬੇ ਨੂੰ ਹੋਰ ਵੀ ਅੱਗੇ ਲਿਜਾ ਸਕਦਾ। ਔਰ ਵਿਦੇਸ਼ੀ ਪਲੇਟਫਾਰਮ ਦੀ ਜੇ ਗੱਲ ਕਰੀ, ਸਾਡਾ ਜੋ ਬ੍ਰੇਨ ਡਰੇਨ ਹੋ ਰਿਹਾ ਉਹ ਅੱਜ ਇੱਥੇ ਜੋ ਪਲੇਟਫਾਰਮ ਤਿਆਰ ਹੋ ਜਾਣਗੇ, ਤੇ ਇੱਥੇ ਸਾਡਾ ਇਕਨੋਮਿਕਲੀ ਸੂਬੇ ਨੂੰ ਵੀ ਸਟਰੋਂਗ ਕਰੂਗਾ, ਔਰ ਇਹ ਐਜੂਕੇਸ਼ਨ ਮਾਡਲ ਦਾ ਅਸਰ ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਇਹ ਦਿਖ ਜਾਣਾ ਹੈ। ਐਜੂਕੇਸ਼ਨ ਨੂੰ ਦੇ ਵੱਲ ਬੱਚਿਆਂ ਨੂੰ, ਯੂਥ ਨੂੰ ਲੈ ਕੇ ਜਾਣ ਲਈ ਖਾਸ ਕਰ ਜਿਹੜਾ ਇੱਕ ਉਪਰਾਲਾ ਹੁੰਦਾ ਉਹ ਹੁੰਦਾ ਸਪੋਰਟਸ ਦਾ। ਜੀ ਜੀ। ਤੇ ਮਾਨ ਸਰਕਾਰ ਨੇ ਪਿਛਲੇ ਦਿਨੀ ਖੇਡਾਂ ਪੰਜਾਬ ਦੀਆਂ ਇੱਕ ਇਵੈਂਟ ਕਰਵਾਇਆ, ਔਰ ਬਹੁਤ ਵੱਡੇ ਪੱਧਰ ਤੇ ਇਹ ਜਿਹੜਾ ਇਵੈਂਟ ਹੋਇਆ ਲੰਮੇ ਸਮੇਂ ਤੱਕ ਚੱਲਿਆ। ਇਹਦੇ ਵਿੱਚ ਬਾਕਾਇਦਾ ਉਹਨਾਂ ਨੇ ਕੈਸ਼ ਪ੍ਰਾਈਜ਼ ਵੀ ਦਿੱਤੇ, ਹੋਰ ਜਿਹੜੀ ਕੰਸੋਲੇਸ਼ਨ ਪ੍ਰਾਈਜ਼, ਸਭ ਤਰ੍ਹਾਂ ਦੇ ਉਹਨਾਂ ਨੇ ਪ੍ਰਾਈਜ਼ ਦਿੱਤੇ। ਔਰ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਇਹ ਦੋ ਚੀਜ਼ਾਂ, ਜਿਹੜੀ ਐਜੂਕੇਸ਼ਨ ਤੇ ਸਪੋਰਟਸ, ਇਹ ਦੋ ਚੀਜ਼ਾਂ ਨਾਲ ਜੁੜੀਆਂ ਹੋਈਆਂ, ਨਾਲ ਚੱਲਦੀਆਂ ਨੇ, ਕਿਉਂਕਿ ਜਿੱਦਾਂ ਪੰਜਾਬ ਦੇ ਵਿੱਚ ਜਿਹੜੀ ਸਮੱਸਿਆ ਨਸ਼ੇ ਸੀਗੀ ਉਸ ਨੂੰ ਤਾਂ ਇਹਨਾਂ ਨੇ ਇਸ ਤਰ੍ਹਾਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਨਸ਼ਿਆਂ ਦੇ ਖਿਲਾਫ, ਔਰ ਉਹ ਪੁਲਿਸ ਆਪਣਾ ਕੰਮ ਕਰ ਰਹੀ ਹੈ, ਸਰਕਾਰ ਆਪਣਾ ਕੰਮ ਕਰ ਰਹੀ ਹੈ, ਜਿਹੜਾ ਪ੍ਰਸ਼ਾਸਨ ਹੈ, ਜ਼ਿਲ੍ਹਾ ਪ੍ਰਸ਼ਾਸਨ ਹੈ ਜਾਂ ਪ੍ਰਸ਼ਾਸਨਿਕ ਅਧਿਕਾਰੀ ਨੇ, ਉਹ ਆਪਣਾ ਕੰਮ ਕਰ ਰਹੇ ਨੇ। ਇਹ ਸਭ ਕੁਝ ਜੁੜ ਕੇ ਜਿਹੜਾ ਇੱਕ ਘੇਰਾ ਜਿਹੜਾ ਬਣਾਇਆ ਜਾ ਰਿਹਾ ਨਾ, ਉਹ ਐਜੂਕੇਸ਼ਨ ਸਿਸਟਮ ਤੇ ਆ ਕੇ ਸਿੱਧੀ ਤਰ੍ਹਾਂ ਨਾਲ ਢੁਕਦਾ ਹੈ, ਕਿਉਂਕਿ ਜਦੋਂ ਬੱਚਾ ਘਰ ਤੋਂ ਸਕੂਲ ਜਾਏਗਾ, ਸਕੂਲ ਦੇ ਵਿੱਚ ਉਹ ਪੜ੍ਹਿਆ ਔਰ ਉੱਥੇ ਹੀ ਖੇਡਿਆ, ਖੇਡ ਕੇ ਜਦੋਂ ਸ਼ਾਮ ਨੂੰ ਆਇਆ ਘਰ ਇੰਨਾ ਕੁ ਥੱਕਿਆ ਹੋਏਗਾ ਕਿ ਆ ਕੇ ਥੋੜ੍ਹਾ ਬਹੁਤ ਪੜ੍ਹੇਗਾ ਤਾਂ ਸੌ ਜਾਏਗਾ। ਇਸ ਤੋਂ ਬਾਅਦ ਉਹਦਾ ਧਿਆਨ ਜਿਹੜਾ ਹੈਗਾ ਹੋਰ ਕਿਸੇ ਪਾਸੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ ਮੈਨੂੰ ਲੱਗਦਾ ਹੈ ਕਿ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਅਜੇ ਪਿੱਛੇ ਖੇਡਾਂ ਦਾ ਜਿਹੜਾ ਫੰਕਸ਼ਨ ਕਰਾਇਆ, ਉਸ ਨੂੰ ਕਿਤੇ ਨਾ ਕਿਤੇ ਐਜੂਕੇਸ਼ਨ ਨਾਲ ਹੀ ਜੋੜ ਕੇ ਦੇਖਿਆ ਜਾਣਾ ਚਾਹੀਦਾ। ਬਿਲਕੁਲ। ਇਹਦੇ ਵਿੱਚ ਬਿਨੇ ਜੀ ਇਹ ਮੈਡੀਕਲ ਸਾਇੰਸ ਦੀ ਵੀ ਇਹ ਕਿਤੇ ਨਾ ਕਿਤੇ ਇੱਕ ਰਿਸਰਚ ਸਾਹਮਣੇ ਆਈ ਆ, ਜਿੱਥੇ ਅਸੀਂ ਬੱਚੇ ਦੀ ਜੇ ਅਸੀਂ ਕ੍ਰਿਟੀਕਲ ਥਿੰਕਿੰਗ ਔਰ ਮੈਂਟਲ ਐਬਿਲਿਟੀ ਦੀ ਜੇ ਗੱਲ ਕਰੀਏ, ਜੇ ਉਹ ਐਜੂਕੇਸ਼ਨ ਸਤਰ ਦੇ ਵਿੱਚ ਜੇ ਬੈਸਟ ਪਰਫਾਰਮੈਂਸ ਦਿਖਾਉਣਾ ਚਾਹੁੰਦਾ ਤਾਂ ਉਹ ਸਵਸਥ ਬੱਚਾ, ਹੈਲਥੀ ਬੱਚਾ, ਜੋ ਉਹ ਸਰੀਰਕ ਤੌਰ ਤੇ ਪੂਰਾ ਤੰਦਰੁਸਤ ਹੋਵੇ, ਉਹੀ ਆਪਣੇ ਆਪ ਨੂੰ ਅੱਗੇ ਲੈ ਜਾ ਸਕਦਾ। ਉਸ ਲੈਵਲ ਦੀ ਵਿਲ ਪਾਵਰ ਹੈ, ਜੋ ਪੇਸ਼ੈਂਸ ਹੈ, ਉਹ ਕੌਨਸ਼ੀਅਸਨੈਸ ਹੈ, ਉਹ ਆਪਣੀ ਡਿਵੈਲਪ ਕਰ ਸਕਦਾ। ਉਹਦੇ ਲਈ ਕਿਤੇ ਨਾ ਕਿਤੇ ਫਿਜ਼ੀਕਲ ਐਕਟੀਵਿਟੀਜ਼ 'ਚ ਲੈ ਕੇ ਆਉਣਾ ਇਹ ਬਹੁਤ ਇੱਕ ਜ਼ਰੂਰੀ ਸੀ। ਕਿਤੇ ਨਾ ਕਿਤੇ ਮਾਨ ਸਾਹਿਬ ਦੀ ਇਹ ਸਰਕਾਰ ਹੈ ਜੋ ਇਹ 'ਤੇ ਵੀ ਬਹੁਤ ਇੱਕ ਗੰਭੀਰਤਾ ਨਾਲ ਇਹ ਦੇਖ ਰਹੀ ਹੈ, ਔਰ ਸਾਡੇ ਯੂਥ ਨੂੰ ਕਿਤੇ ਨਾ ਕਿਤੇ ਤੰਦਰੁਸਤ ਬਣਾ ਕੇ ਕਿਤੇ ਨਾ ਕਿਤੇ ਰੱਖਣਾ, ਔਰ ਉਹਦੀ ਜੋ ਐਨਰਜੀ ਹੈ, ਪੋਟੈਂਸ਼ੀਅਲ ਨੂੰ ਸਹੀ ਦਿਸ਼ਾ ਵੱਲ ਅੱਗੇ ਵਧਣਾ, ਇਹ ਬਹੁਤ ਇੱਕ ਜ਼ਰੂਰੀ ਸੀ। ਔਰ ਸਹੀ ਦਿਸ਼ਾ ਵੱਲ ਅੱਗੇ ਵਧਾਉਣ ਲਈ ਕਿਤੇ ਨਾ ਕਿਤੇ ਯੂਥ ਨੂੰ ਕਿਤੇ ਨਾ ਕਿਤੇ ਇਹਨਾਂ ਨਸ਼ਿਆਂ ਤੋਂ ਔਰ ਗਲਤ ਸੁਸਾਇਟੀ ਤੋਂ ਬਚਾਉਣ ਲਈ ਇਹ ਖੇਡ ਦਾ ਪੰਜਾਬ ਦਾ ਮਾਡਲ ਕਿਤੇ ਨਾ ਕਿਤੇ ਕਾਰਗਰ ਸਾਬਿਤ ਹੋ ਰਿਹਾ। ਔਰ ਆਉਣ ਵਾਲੇ ਟਾਈਮ ਦੇ ਵਿੱਚ ਸਾਡਾ ਹੀ ਯੂਥ ਇੱਥੇ ਤਿਆਰ ਹੋ ਕੇ ਇੰਟਰਨੈਸ਼ਨਲ ਲੈਵਲ 'ਤੇ ਓਲੰਪਿਕਸ ਦੀ ਜੇ ਗੱਲ ਕਰੀਏ ਜਾਂ ਅਸੀਂ ਕਾਮਨਵੈਲਥ ਗੇਮਾਂ ਦੀ ਗੱਲ ਕਰੀਏ, ਆਉਣ ਵਾਲੇ ਟਾਈਮ ਦੇ ਵਿੱਚ ਉਹ ਪ੍ਰਤਿਭਾ ਉਹ ਦੇਖਣ ਨੂੰ ਮਿਲ ਜੂਗੀ, ਉੱਥੇ ਪਰਫਾਰਮੈਂਸ ਦੇਖਣ ਨੂੰ ਮਿਲ ਜੂਗੀ। ਔਰ ਪੰਜਾਬ ਦੀ ਝੋਲੀ 'ਚ ਅਸੀਂ ਉਮੀਦ ਕਰ ਸਕਦੇ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਅੱਛੇ ਮੈਡਲ ਹੈ ਜੋ ਪੰਜਾਬ ਦੀ ਝੋਲੀ 'ਚ ਪਾ ਦੇਣੇ ਨੇ, ਔਰ ਹੁਣ ਤੱਕ ਪਾਉਂਦੇ ਵੀ ਰਹੇ ਨੇ। ਪਰ ਕਿਤੇ ਨਾ ਕਿਤੇ ਯੂਥ ਨੂੰ ਸਹੀ ਦਿਸ਼ਾ ਨਾ ਮਿਲਣ ਕਰਕੇ ਸਾਡਾ ਯੂਥ ਭੜਕਿਆ ਹੋਇਆ ਸੀ, ਜਿਹੜਾ ਕਿ ਮੁੜ ਤੋਂ ਰਿਵਾਈਵ ਕਰਨ ਦੀ ਕੋਸ਼ਿਸ਼ ਹੈ ਜੋ ਸੀਐਮ ਮਾਨ ਸਾਹਿਬ ਦੀ ਸਰਕਾਰ ਨੇ ਕਰੀ ਹੈ, ਤੇ ਉਹਦੇ ਉਪਰਾਲੇ ਆ ਜੋ ਆਉਣ ਵਾਲੇ ਟਾਈਮ 'ਚ ਸਾਨੂੰ ਵੇਖਣ ਨੂੰ ਮਿਲ ਰਹੇ ਨੇ, ਤਾਂ ਆਉਣ ਵਾਲੇ ਟਾਈਮ ਦੇ ਬਹੁਤ ਵੱਡੀ ਉਪਲਬਧੀ ਹੈ ਇਹ ਹਾਸਲ ਕਰੀ ਹੈ। ਦੇਖੋ, ਆਪਾਂ ਗੱਲ ਪੰਜਾਬ ਦੇ ਵਿੱਚ ਐਜੂਕੇਸ਼ਨ ਸਿਸਟਮ ਦੀ ਕਰ ਰਹੇ ਹਾਂ, ਔਰ ਪੰਜਾਬ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀਗੀ
ਤੇ ਦਿੱਲੀ ਦੇ ਵਿੱਚ ਉਦੋਂ ਸਰਕਾਰ ਨੂੰ 6-7 ਸਾਲ 8 ਸਾਲ ਹੋ ਚੁੱਕੇ ਸੀਗੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ, ਔਰ ਜ਼ਾਹਿਰ ਹੈ ਕਿ ਆਮ ਆਦਮੀ ਪਾਰਟੀ ਨੂੰ ਲੀਡ ਵੀ ਅਰਵਿੰਦ ਕੇਜਰੀਵਾਲ ਕਰ ਰਹੇ ਨੇ, ਜਿਹੜੇ ਦਿੱਲੀ ਦੇ ਸੀਐਮ ਵੀ ਨੇ। ਜੀ ਜੀ। ਉਹ ਜਿੱਥੇ ਜਿੱਥੇ ਉਹਨਾਂ ਦੀ ਸਰਕਾਰ ਬਣੂਗੀ ਉਹ ਇਹ 2-3 ਚੀਜ਼ਾਂ ਤਾਂ ਨਾਲ ਲੈ ਕੇ ਜਾਣਗੇ। ਇੱਕ ਐਜੂਕੇਸ਼ਨ ਸਿਸਟਮ ਹੋ ਗਿਆ, ਨਸ਼ਿਆਂ ਖਿਲਾਫ ਜਿਹੜੀ ਮੁਹਿੰਮ ਹੋ ਗਈ, ਖੇਡਾਂ ਹੋ ਗਈਆਂ, ਇਹ ਸਾਰੀਆਂ ਚੀਜ਼ਾਂ ਉਹ ਨਾਲ ਲੈ ਕੇ ਜਾ ਰਹੇ ਨੇ। ਔਰ ਇਸੇ ਖਾਸ ਕਰਕੇ ਐਜੂਕੇਸ਼ਨ ਸਿਸਟਮ ਨੂੰ ਸੁਧਾਰਨ ਦੇ ਵਿੱਚ ਜਿਹੜਾ ਮੇਨ ਰੋਲ ਹੈ ਉਹ ਦਿੱਲੀ ਦੇ ਮੰਤਰੀਆਂ ਦਾ, ਦਿੱਲੀ ਦੇ ਸੀਐਮ ਦਾ, ਦਿੱਲੀ ਦੇ ਐਜੂਕੇਸ਼ਨ ਮਿਨਿਸਟਰ ਦਾ ਔਰ ਦਿੱਲੀ ਦੀ ਜਿਹੜੀ ਅਫਸਰਸ਼ਾਹੀ ਹੈ ਉਹਨਾਂ ਦਾ ਕਾਫੀ ਵੱਡਾ ਰੋਲ ਹੈ, ਕਿਉਂਕਿ ਉਹ ਆ ਕੇ ਇੱਥੇ ਇਹਨਾਂ ਨੂੰ ਸਿੱਖਿਅਤ ਵੀ ਕਰਕੇ ਜਾਂਦੇ ਨੇ ਇੱਥੇ ਦੇ ਲੋਕਾਂ ਨੂੰ, ਔਰ ਇਹਨਾਂ ਨੇ ਅੱਗੋਂ ਕੀ ਕਰਨਾ ਹੈ ਇਹ ਉਹਦੇ ਤੇ ਹੀ ਕੰਮ ਕਰਦੇ ਆ। ਇਸ ਕਰਕੇ ਜਿਹੜਾ ਦਿੱਲੀ ਦਾ ਮਾਡਲ ਹੀ ਖਾਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਦਿੱਲੀ ਮਾਡਲ ਜਿਹੜਾ ਐਜੂਕੇਸ਼ਨ ਮਾਡਲ ਹੈਗਾ ਉਹਨੂੰ ਹੀ ਪੰਜਾਬ ਦੇ ਵਿੱਚ ਫਿਲਹਾਲ ਇਹ ਸਰਕਾਰ ਜਿਹੜੀ ਹੈ ਉਹ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਬਿਲਕੁਲ ਜੀ ਬਿਨੇ ਜੀ, ਜੇ ਦਿੱਲੀ ਮਾਡਲ ਦੀ ਗੱਲ ਕਰੀਏ, ਦਿੱਲੀ ਇੱਕ ਕੈਪੀਟਲ ਸਿਟੀ ਹੈ ਜਿੱਥੇ ਸਾਡੇ ਪੂਰੇ ਦੇਸ਼ ਦੇ ਬੱਚੇ ਆ ਜਿੱਥੇ ਪੜ੍ਹਨ ਲਈ ਜਾਂਦੇ ਨੇ, ਜਿੱਥੇ ਸਟਾਰਟਅਪ ਹੱਬ ਵੀ ਹੈਗੇ ਨੇ, ਫਾਊਂਡੇਸ਼ਨ ਕੋਰਸਿਸ ਨੇ, ਟੌਪ ਦੇ ਇੰਸਟੀਚਿਊਟ ਨੇ, ਜਿੱਥੇ ਕਿਤੇ ਨਾ ਕਿਤੇ ਜ਼ਿਆਦਾਤਰ ਸਿਵਲ ਸਰਵਿਸ ਦੀਆਂ ਤਿਆਰੀਆਂ ਕਰਾਈਆਂ ਜਾਂਦੀਆਂ। ਹਰ ਟੈਕਨੋਲੋਜੀ ਦੀ ਹਰ ਖੇਤਰ ਦੇ ਵਿੱਚ, ਜਿਸ ਵਿਸ਼ੇ ਦੇ ਵਿੱਚ, ਚਾਹੇ ਉਹ ਏਮਸ ਦੀ ਗੱਲ ਕਰੀਏ, ਚਾਹੇ IIT ਦੀ ਤਿਆਰੀ ਕਰਨ ਦੀ ਗੱਲ ਕਰੀਏ, ਹਰ ਖੇਤਰ ਦੇ ਵਿੱਚ ਜਿੱਥੇ ਬੱਚਾ ਐਜੂਕੇਸ਼ਨ ਖੇਤਰ ਦੇ ਵਿੱਚ ਆਪਣੀ ਕੋਈ ਖਾਸ ਉਪਲਬਧੀ ਹਾਸਲ ਕਰਨਾ ਚਾਹੁੰਦਾ ਤਾਂ ਉਹ ਕਿਤੇ ਨਾ ਕਿਤੇ ਦਿੱਲੀ ਵੱਲ ਹੀ ਰੁੱਖ ਕਰਦਾ। ਔਰ ਇਹ ਪੰਜਾਬ ਦੀ ਹੀ ਗੱਲ ਨਹੀਂ, ਪੂਰੇ ਦੇਸ਼ ਦੀ ਗੱਲ ਹੈ। ਚਾਹੇ ਉਹ ਬੰਬੇ ਤੋਂ ਚੱਲੇ, ਚਾਹੇ ਪੁਣੇ ਤੋਂ, ਚਾਹੇ UP ਤੋਂ ਚੱਲੇ, ਉਹਨੇ ਕਿਤੇ ਨਾ ਕਿਤੇ ਦਿੱਲੀ ਵੱਲ ਰੁੱਖ ਕਰ ਹੀ ਲੈਣਾ। ਜੇ ਦਿੱਲੀ ਦੇ ਵਿੱਚ ਇੰਨੀ ਮੈਨ ਪਾਵਰ ਬੈਠੀ ਹੈ, ਦਿੱਲੀ ਦੇ ਵਿੱਚ ਇੰਟੈਲੈਕਚੁਅਲ ਬੈਠੇ ਨੇ, ਸਾਡੇ ਪੜ੍ਹੇ ਲਿਖੇ ਇੰਨੇ ਵਿਦਵਾਨ ਪਰਸਨੈਲਿਟੀਜ਼ ਬੈਠੇ ਨੇ, ਤਾਂ ਫਿਰ ਉਹਨਾਂ ਦੀ ਗਾਈਡੈਂਸ ਲੈਣਾ, ਨੌਲੇਜ ਲੈਣੀ, ਚਾਹੇ ਉਹ ਨੌਲੇਜ ਸ਼ੇਅਰਿੰਗ ਪ੍ਰੋਗਰਾਮ ਹੋਵੇ, ਚਾਹੇ ਕਿਸੇ ਵੀ ਤਰ੍ਹਾਂ ਸਾਨੂੰ ਜੇ ਹੈਲਪ ਮਿਲਦੀ ਹੈ ਔਰ ਸੂਬੇ ਦੇ ਵਿਕਾਸ ਮਾਡਲ ਨੂੰ ਅੱਗੇ ਵਧਾਉਣ ਦੇ ਵਿੱਚ, ਤਾਂ ਸਾਨੂੰ ਇਹਦੇ ਵਿੱਚ ਦੁਹਰਾਈ ਕੀ ਹੈ, ਇਹਦੇ ਵਿੱਚ ਸਾਡਾ ਸਮਾਂ ਬਚਦਾ। ਦਿੱਲੀ ਲਵੇ ਐਕਸਪੀਰੀਅੰਸ ਹੈ, ਤਜਰਬਾ ਦਿੱਲੀ ਸਰਕਾਰ ਲਵੇ, ਉਹਨਾਂ ਨੇ ਇੰਪਲੀਮੈਂਟੇਸ਼ਨ ਕਰੀ ਨੇ, ਟ੍ਰਾਇਲ ਰਨ ਹੋਇਆ, ਪਾਇਲਟ ਰਨ ਹੋਏ ਨੇ। ਜੋ ਪਾਇਲਟ ਟ੍ਰਾਇਲ ਰਨ ਹੁੰਦੇ ਨੇ, ਕਿਤੇ ਨਾ ਕਿਤੇ ਜਿੱਥੇ ਟਾਈਮ ਸੇਵ ਹੋ ਰਿਹਾ, ਗਲਤੀਆਂ ਜਿਹੜੀਆਂ ਕਰੀਆਂ ਨੇ ਜਾਂ ਕੋਈ ਲੱਗਦਾ ਸੁਧਾਰ ਦੀ ਲੋੜ ਆ, ਉਹਨਾਂ ਨੇ ਉਹ ਚੀਜ਼ਾਂ ਆਬਜ਼ਰਵੇਸ਼ਨਸ ਕਰ ਲਈਆਂ ਨੇ। ਉਹ ਆਬਜ਼ਰਵੇਸ਼ਨਸ ਐਂਡ ਐਨਾਲਿਸਿਸ ਹੈ ਜਿਹੜਾ ਉਹ ਹੁਣ ਪੰਜਾਬ ਮਾਡਲ ਦੇ ਵਿੱਚ ਕੰਮ ਆ ਰਿਹਾ। ਉਹ ਕਿਤੇ ਨਾ ਕਿਤੇ ਨੌਲੇਜ ਸ਼ੇਅਰਿੰਗ ਪ੍ਰੋਗਰਾਮ ਇਹ ਤਾਂ ਬਹੁਤ ਜ਼ਰੂਰੀ ਹੈ। ਅੱਜ ਦਿਨ ਅਸੀਂ ਦੇਖਦੇ ਹਾਂ, ਅੱਜ G20 ਸਮਿਟ ਹੋਇਆ, ਅੱਜ ਦਿਨ ਸਾਡੀ ਗਲੋਬਲਾਈਜ਼ ਮੀਟਿੰਗਾਂ ਹੁੰਦੀਆਂ, ਅਟਰੈਕਸ਼ਨਸ ਹੁੰਦੀਆਂ, ਕੈਂਪ ਲੱਗਦੇ ਨੇ, ਐਕਸਪੋ ਹੁੰਦੇ ਨੇ। ਉਹ ਮਕਸਦ ਕੀ ਹੁੰਦਾ? ਮਕਸਦ ਇਹੀ ਹੁੰਦਾ ਅਸੀਂ ਟੈਕਨੋਲੋਜੀ ਨੂੰ, ਐਜੂਕੇਸ਼ਨ ਨੂੰ ਸਾਂਝਾ ਕਰਨਾ ਔਰ ਆਪਣੀ ਸੈਲਫ ਗਰੋਥ ਕਰਨੀ, ਆਪਣੀ ਸੈਲਫ ਡਿਵੈਲਪਮੈਂਟ ਕਰਨੀ। ਤਾਂ ਇਹਦੇ ਲਈ ਕਿਸੇ ਵੀ ਸਰਕਾਰ ਨੂੰ ਜਾਂ ਵਿਪਕਸ਼ ਨੂੰ ਲੈਗ ਪੂਲਿੰਗ ਕਰਨੀ, ਲੱਤਾਂ ਖਿੱਚਣੀਆਂ, ਇਹ ਚੀਜ਼ਾਂ ਅੱਛੀਆਂ ਨਹੀਂ ਹੈ। ਕਿਤੇ ਨਾ ਕਿਤੇ ਸਪੋਰਟਿੰਗ ਸਟਰਕਚਰ ਜੁੜਿਆ ਹੋਇਆ। ਜੇ ਅੱਜ ਸਟੇਟ ਗੌਰਮੈਂਟ ਹੈ, ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਹੈ, ਤਾਂ ਜੋ ਸੈਂਟਰ ਵੱਲੋਂ ਜੋ ਆਏ ਦਿਨ ਉਪਰਾਲੇ ਕਰੇ ਜਾਂਦੇ, ਮਿਨਿਸਟਰੀ ਆਫ ਐਜੂਕੇਸ਼ਨ ਹੈ ਗੌਰਮੈਂਟ ਆਫ ਇੰਡੀਆ ਦੀ, ਉਹ ਲਾਈਫ ਸਕਿੱਲਸ ਤੇ ਹੀ ਔਰ ਹੋਰ ਇਹਦੇ ਨਾਲ ਦੇ ਕਈ ਸਕਿੱਲਸ ਨੇ ਜਿੱਥੇ ਫੰਡਿੰਗ ਕਰ ਰਹੀ 1000 ਕਰੋੜ ਦੀ, ਉਹ ਸਿੱਧੀ ਫੰਡਿੰਗ ਕਰਦੀ ਹੈ। ਉਹਦੀ ਇੰਪਲੀਮੈਂਟੇਸ਼ਨ ਕਿਹਨੇ ਕਰਨੀ ਹੈ? ਉਹ ਸਟੇਟ ਗੌਰਮੈਂਟ ਨੇ ਕਰਨੀ ਹੈ। ਜੇ ਆਪਣਾ ਤਾਲਮੇਲ ਨਹੀਂ ਬਣਾਉਣਗੀਆਂ, ਉਹ ਜੋ ਮਾਡਲ ਉਹ ਸੈਂਟਰ ਗੌਰਮੈਂਟ ਲੈ ਕੇ ਚੱਲਦੀ ਹੈ ਵੀ ਅਸੀਂ ਬੱਚਿਆਂ ਦੀ ਐਕਚੁਅਲ ਡਿਵੈਲਪਮੈਂਟ ਕਰਨੀ ਹੈ, ਉਹ ਕਿਸ ਤਰ੍ਹਾਂ ਵਿਨੇ ਜੀ ਪੋਸੀਬਲ ਹੋ? ਇਸ ਲਈ ਸਰਕਾਰਾਂ ਜਦੋਂ ਆਉਂਦੀਆਂ ਨੇ, ਉਹ ਲੋਕਾਂ ਦੇ ਵੈਲਫੇਅਰ ਲਈ ਕੰਮ ਕਰਨ ਲਈ ਆਉਂਦੀਆਂ ਨੇ। ਤਾਂ ਇੱਥੇ ਨੀਤੀਆਂ ਦੇ ਕੰਸਾਈਡ ਕਰਨੇ, ਨੀਤੀਆਂ ਦੇ ਕਿਤੇ ਨਾ ਕਿਤੇ ਅਸੀਂ ਦੇਖਣਾ ਇਸ ਰੂਪ ਦੇ ਵਿੱਚ ਵੀ ਉਹ ਦਿੱਲੀ ਦੇ ਹੀ ਡਾਇਰੈਕਸ਼ਨ ਦੇ ਚੱਲ ਰਹੇ ਜਾਂ ਕੰਟਰੋਲ ਸਵਿੱਚ ਦੀ ਗੱਲ ਜੋ ਆਖੀ ਜਾਂਦੀ ਹੈ। ਹਰ ਜੋ ਕਿਤੇ ਨਾ ਕਿਤੇ ਐਕਸਪੀਰੀਅੰਸ ਹੈ, ਤਜਰਬਾ ਹੈ, ਜੋ ਕਿਤੇ ਨਾ ਕਿਤੇ ਉਹ ਕੰਮ ਆਉਂਦਾ, ਉਹ ਤਜਰਬਾ ਦਿੱਲੀ ਦਾ ਜੇ ਪੰਜਾਬ ਸੂਬੇ ਲਈ ਕੰਮ ਆ ਰਿਹਾ। ਕਿਤੇ ਨਾ ਕਿਤੇ ਨੀਤੀਆਂ ਬਣਾਉਣ ਵਾਲੇ ਨੀਤੀ ਆਯੋਗ ਨੇ, ਮਿਨਿਸਟਰੀ ਆਫ ਐਜੂਕੇਸ਼ਨ ਹੈ, ਉਹ ਕਿਤੇ ਨਾ ਕਿਤੇ ਆਲ ਓਵਰ ਕਿਤੇ ਨਾ ਕਿਤੇ ਬੱਚਿਆਂ ਦੀ ਡਿਵੈਲਪਮੈਂਟ ਤੇ ਉਹ ਕੰਮ ਆ ਰਹੀਆਂ ਨੇ। ਤੇ ਇਹਦਾ ਕਿਤੇ ਨਾ ਕਿਤੇ ਲਾਭ ਹੈ ਜੋ ਸੂਬੇ ਨੂੰ ਉਠਾਉਣਾ ਜ਼ਰੂਰੀ ਸੀ, ਉਹ ਸਾਨੂੰ ਉਹ ਲਾਭ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਆ ਜੋ ਉਹਦੇ ਵਿੱਚ ਦਿਖ ਰਿਹਾ। ਤਾਂ ਬਹੁਤ ਵੱਡਾ ਇੱਕ ਉਪਲਬਧੀ ਹੈ ਜੋ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਉਪਰਾਲੇ ਸਾਨੂੰ ਇਹਦੇ ਨਾਲ ਵਿਨੇ ਜੀ ਵੇਖਣ ਨੂੰ ਮਿਲ ਜਾਣਗੇ। ਇੱਥੇ ਅਸੀਂ ਸਾਡਾ ਯੂਥ ਹੈ ਜੋ ਕਿਤੇ ਨਾ ਇੰਪਾਵਰ ਹੁੰਦਾ, ਔਰ ਮਾਪਿਆਂ ਦੀ ਜੋ ਰੋਜ਼ ਆਪਣੀਆਂ ਦਿੱਕਤਾਂ ਪਰੇਸ਼ਾਨੀਆਂ ਲੈ ਕੇ ਜਾਂਦੇ ਸੀ ਔਰ ਹੈਵੀ ਇਨਵੈਸਟ ਮਨੀ ਕਰਕੇ ਬੱਚਿਆਂ ਨੂੰ ਵਿਦੇਸ਼ਾਂ 'ਚ ਭੇਜਦੇ ਸੀ, ਜਿੱਥੇ ਕਿ ਹੁਣ ਅਸੀਂ ਕੋਈ ਸਸਟੇਨੇਬਿਲਟੀ ਨਹੀਂ ਦੇਖ ਸਕਦੇ ਸੀ। ਬੱਚਿਆਂ ਨੂੰ ਵਿਦੇਸ਼ ਜਾ ਕੇ ਵੀ ਘਰੋਂ ਪੈਸੇ ਮੰਗਾਉਣੇ ਪੈਂਦੇ ਸੀ। ਇਹ ਸਾਰੀਆਂ ਦਿੱਕਤ ਪਰੇਸ਼ਾਨੀਆਂ ਦਾ ਛੁਟਕਾਰਾ ਪਾਉਣ ਲਈ ਮਾਨ ਸਰਕਾਰ ਨੇ ਹੁਣ ਉਪਰਾਲੇ ਕਰ ਲਏ ਨੇ। ਔਰ ਆਉਣ ਵਾਲੇ ਟਾਈਮ ਦੇ ਵਿੱਚ ਇਹ ਜੋ ਬਦਲ ਹੈ, ਜੋ ਚੁਣਾਵ ਚੁਣ ਕੇ ਆਇਆ, ਉਹ ਬਦਲ ਸਾਨੂੰ ਗਰਾਊਂਡ ਰਿਐਲਿਟੀ ਦੇ ਵਿੱਚ ਵੇਖਣ ਨੂੰ ਮਿਲ ਜੂਗਾ। ਮਾਨ ਸਰਕਾਰ ਨੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਜਿਹੜੀ 117 ਸੀਟਾਂ ਨੇ, ਵਿਧਾਨ ਸਭਾ ਸੀਟਾਂ ਨੇ, ਸਾਰਿਆਂ ਤੇ ਹੀ ਸਕੂਲ ਆਫ ਐਮੀਨੇਸ਼ਨ ਬਣਾਉਣ ਦੀ ਐਲਾਨ ਕੀਤਾ ਹੈ।
ਔਰ ਇਹ ਐਲਾਨ ਹੀ ਨਹੀਂ ਹੈ, ਇਹ ਵਾਕਈ ਲੱਗਦਾ ਕਿਉਂਕਿ ਹਜੇ ਇਹਨਾਂ ਦੀ ਸਰਕਾਰ ਨੂੰ ਸਿਰਫ 11 ਮਹੀਨੇ ਹੋਏ ਆ, 4 ਸਾਲ ਇਹਨਾਂ ਕੋਲ ਪੂਰੇ ਪਏ ਆ ਹਜੇ। ਔਰ 4 ਸਾਲ ਜਿਹੜੇ ਕਿ 4 ਸਾਲ ਦਾ ਲੰਮਾ ਸਮਾਂ ਹੁੰਦਾ। ਔਰ ਮਾਨ ਸਰਕਾਰ ਨੇ ਦੇਖਿਆ, ਤੁਸੀਂ ਪਿੱਛੇ ਜਿਹੜੇ ਮੁਹੱਲਾ ਕਲੀਨਿਕ ਇਹਨਾਂ ਨੇ ਸ਼ੁਰੂ ਕੀਤੇ ਜਾਂ ਹੋਰ ਵੀ ਜਿਹੜੇ ਕੰਮ ਇਹਨਾਂ ਨੇ ਕੀਤੇ ਆ, ਉਹ ਇਹਨਾਂ ਨੇ ਜਿਹੜਾ ਸਟਰਕਚਰ ਦੇ ਵਿੱਚ ਟਾਈਮ ਵੇਸਟ ਨਹੀਂ ਕੀਤਾ। ਜੋ ਆਲਰੇਡੀ ਸਟਰਕਚਰ ਬਣਿਆ ਹੋਇਆ ਹੈ ਔਰ ਉਹ ਵੇਸਟ ਹੋ ਰਿਹਾ, ਜਾਂ ਜਿੱਦਾਂ ਉਹ ਸੁਵਿਧਾ ਸੈਂਟਰ ਸੀਗੇ ਉਹ ਬੰਦ ਪਏ ਹੋਏ ਸੀ ਕਈ ਜਿਹੜੇ ਹੈਗੇ, ਉਹਨਾਂ ਨੂੰ ਰੀਫਰਨਿਸ਼ ਕਰਕੇ ਜਿਹੜਾ ਹੈਗਾ ਉਹਨਾਂ ਨੇ ਉੱਥੇ ਮੁਹੱਲਾ ਕਲੀਨਿਕ ਸ਼ੁਰੂ ਕੀਤੇ। ਜਿਹੜੇ PHC ਸੀਗੇ, CHC ਜਿਹੜੀ ਸੀਗੀਆਂ ਬੰਦ ਪਈਆਂ ਸੀਗੀਆਂ ਕਿਉਂਕਿ ਉੱਥੇ ਡਾਕਟਰ ਜਾਂ ਸਟਾਫ ਜਾਣ ਨੂੰ ਤਿਆਰ ਨਹੀਂ ਸੀ ਹੁੰਦਾ। ਉਹ ਬਿਲਡਿੰਗਾਂ ਜਿਹੜੀਆਂ ਉਹ ਸੜ ਰਹੀਆਂ ਸੀ, ਫਰਨੀਚਰ ਉੱਥੇ ਸੜ ਰਿਹਾ ਸੀ। ਇਹ ਉੱਥੇ ਟਾਈਮ ਵੇਸਟ ਨਹੀਂ ਕਰ ਰਹੇ। ਮੈਂ ਦੇਖਿਆ ਕਿ ਉਹ ਸਟਰਕਚਰ 'ਤੇ ਟਾਈਮ ਵੇਸਟ ਨਹੀਂ ਕਰ ਰਹੇ। ਮਾੜਾ ਮੋਟਾ ਜਿਹੜਾ ਹੈਗਾ ਉਹਨੂੰ ਜੇ ਰਿਪੇਅਰ ਕਰਨਾ ਜਾਂ ਉਹਨੂੰ ਜਿਹੜਾ ਰੀਸਟਰਕਚਰ ਕਰਨਾ, ਉਹ ਤਾਂ ਚਲੋ ਹੁੰਦਾ ਹੈ ਕਿ ਉਹਦੇ 'ਚ ਬਹੁਤਾ ਟਾਈਮ ਵੀ ਨਹੀਂ ਲੱਗਦਾ। ਲੇਕਿਨ ਮਾਨ ਸਰਕਾਰ ਨੇ ਇਹ ਸਾਰੀਆਂ ਚੀਜ਼ਾਂ ਦੇਖੀਆਂ ਕਿ ਟਾਈਮ ਵੇਸਟ ਕਰਨ ਦੀ ਬਜਾਏ ਕੰਮ ਕੀਤਾ ਜਾਵੇ, ਤੇ ਇਸੇ ਕਰਕੇ ਇਹਨਾਂ ਨੇ 117 ਸੀਟਾਂ ਤੇ ਇਹ ਅਨਾਉਂਸ ਕੀਤਾ ਕਿ ਅਸੀਂ ਸਕੂਲ ਆਫ ਐਮੀਨੈਂਸ ਸ਼ੁਰੂ ਕਰਾਂਗੇ। ਯਾਨੀ ਹਰ MLA ਨੂੰ ਇੱਕ ਸਕੂਲ ਆਫ ਐਮੀਨੈਂਸ ਦਿੱਤਾ ਜਾਏਗਾ ਤਾਂ ਕਿ ਉਹ ਆਪਣੇ ਹਲਕੇ ਦਾ ਆਪ ਜ਼ਿੰਮੇਵਾਰ ਹੋਵੇ ਔਰ ਉਸ ਹਲਕੇ ਦੀ ਐਜੂਕੇਸ਼ਨ ਪੋਜੀਸ਼ਨ ਕੀ ਹੈ, ਉੱਥੇ ਕਿੱਥੇ ਖੜਦਾ ਹੈ, ਇਹ ਤਾਂ ਕਿ ਉਹਦੀ ਜਵਾਬਦੇਹੀ ਹੋ ਜਾਵੇ। ਇਹ ਤੁਸੀਂ ਦੱਸੋ, ਇਹਦੇ ਬਾਰੇ ਤੁਸੀਂ ਕੁਝ ਖਾਸ ਗੱਲ ਦੱਸੋ। ਬਿਲਕੁਲ ਜੀ, ਦੇਖੋ ਸਾਡੇ ਲਵੇ ਜੇ 92 MLA ਦੀ ਐਡੀ ਟੀਮ ਹੈਗੀ ਹੈ ਤਾਂ ਉਹ MLA ਦੀਆਂ ਖਾਸ ਜੋ ਪ੍ਰਤਿਭਾ ਹੈ, ਜੋ ਖਾਸ ਜੋ ਕਿਤੇ ਨਾ ਕਿਤੇ ਲੋਕਾਂ ਦਾ ਇੰਨਾ ਬਹੁਮਤ ਮਿਲਿਆ, ਉਹ ਤੇ ਹੁਣ ਉਮੀਦਾਂ ਦੇ ਖਰਾ ਉਤਰਨ ਦੀ ਵੀ ਇੱਕ ਜ਼ਿੰਮੇਵਾਰੀ ਹੁੰਦੀ ਹੈ। ਬਿਨੇ ਸਾਹਿਬ ਉਹ ਖਰਾ ਉਤਰਨ ਲਈ ਕਿਤੇ ਨਾ ਕਿਤੇ ਸਕੂਲ ਆਫ ਐਮੀਨੈਂਸ ਵਰਗੇ ਮਾਡਲ ਹੈ ਜੋ ਸਥਾਪਿਤ ਕਰੇ ਗਏ ਨੇ। ਕਿਤੇ ਨਾ ਕਿਤੇ ਉਹਨਾਂ ਦੀ ਬਕਾਇਦਾ ਕੋਆਰਡੀਨੇਸ਼ਨ ਹੈ ਜੋ ਸਿੱਧਾ ਬੋਰਡ ਆਫ ਐਡਵਾਈਜ਼ਰੀ ਨਾਲ ਬਣਾ ਦਿੱਤੀ ਜਾਊਗੀ, ਜਿੱਥੇ ਉਹ ਆਪਣੀ ਬੋਰਡ ਆਫ ਐਡਵਾਈਜ਼ਰ ਨਾਲ ਸਿੱਧਾ ਉਹਨਾਂ ਨੂੰ ਜਵਾਬਦੇਹੀ ਤੈਅ ਹੋ ਕੇ ਕਿਤੇ ਨਾ ਕਿਤੇ ਆਏ ਦਿਨ ਜੋ ਵੀ ਉਪਰਾਲੇ ਨੇ, ਚਾਹੇ ਉਹ ਪਾਇਲਟ ਟ੍ਰਾਇਲ ਨੇ ਹੁਣ, ਕਿਉਂਕਿ ਇਹ ਫਾਊਂਡੇਸ਼ਨ ਹਾਲੇ ਖੜੀ ਕਰੀ ਗਈ ਹੈ, ਹਾਲੇ ਤਾਂ ਸਕੂਲ ਆਫ ਐਮੀਨੈਂਸ ਦੇ ਵੀ ਇਹ 5-10 ਜੋ ਟ੍ਰਾਇਲ ਬੇਸਿਸ ਤੇ ਪ੍ਰੋਜੈਕਟ ਇਹਨਾਂ ਨੇ ਲੈ ਲੈਣੇ ਨੇ, ਔਰ ਆਉਣ ਵਾਲੇ ਟਾਈਮ ਦੇ ਜੋ 5-10 ਤੇ ਐਨਾਲਿਸਿਸ ਕਰਕੇ ਇਹਨਾਂ ਨੇ 117 ਤੇ ਉਹਨੂੰ ਲਾਗੂ ਕਰ ਦੇਣਾ। ਤੇ ਇਹਦੇ ਲਈ ਕਿਤੇ ਨਾ ਕਿਤੇ ਜੋ MLA ਦੀ ਟੀਮ ਦੀ ਜੋ ਜਵਾਬਦੇਹੀ ਆ ਉਹ ਤੇ ਫਿਕਸ ਕਰੀ ਗਈ ਆ। ਕਿਤੇ ਨਾ ਕਿਤੇ ਸਿੱਧੀ ਕਨੈਕਟੀਵਿਟੀ ਜੋ ਮਾਪਿਆਂ ਨਾਲ ਜੁੜੀ ਹੋਈ ਪ੍ਰੋਬਲਮਸ ਨੇ ਜਾਂ ਸੂਬੇ ਨਾਲ ਜੁੜੀਆਂ ਹੋਈ ਪ੍ਰੋਬਲਮਸ ਨੇ, ਕਿਤੇ ਨਾ ਕਿਤੇ ਉਹ MLA ਦੀ ਅੱਖਾਂ ਦੇ ਹੇਠ ਆਉਣਗੀਆਂ ਤੇ ਕਿਤੇ ਨਾ ਕਿਤੇ ਉਸ ਤਰ੍ਹਾਂ ਦੀ ਪੋਲਿਸੀਜ਼ ਨੇ ਉਹ ਆਉਣ ਵਾਲੇ ਟਾਈਮ ਦੇ ਵੀ ਵਿਧਾਨ ਸਭਾ ਦੇ ਵਿੱਚ ਲਿਜਾ ਸਕਦੇ ਨੇ। ਔਰ ਯੂਥ ਨੂੰ ਤਕੜਾ ਕਰਨਾ, ਸક્ષਮ ਕਰਨਾ ਇੱਕ ਬਹੁਤ ਵੱਡੀ ਇੱਕ ਮੁੱਢਲੀ ਜ਼ਿੰਮੇਵਾਰੀ ਸੀ। ਕਿਤੇ ਨਾ ਕਿਤੇ ਉਸ ਖੇਤਰ ਦੇ ਵਿੱਚ ਸਾਨੂੰ ਵੇਖਣ ਨੂੰ ਮਿਲ ਜਾਣੀ ਆ, ਕਿਉਂਕਿ ਪੰਜਾਬ ਸੂਬਾ ਹੈ ਜੋ ਅੱਜ ਟੈਕਨੋਲੋਜੀ ਨਾਲ ਵੀ ਅੱਗੇ ਵਧ ਰਿਹਾ। ਚਾਹੇ ਅਸੀਂ ਖੇਤੀਬਾੜੀ ਦੀ ਗੱਲ ਕਰੀਏ, ਖੇਤੀਬਾੜੀ ਦੇ ਵਿੱਚ ਲੇਜ਼ਰ ਮਸ਼ੀਨਾਂ ਆ ਗਈਆਂ ਨੇ, ਟੈਕਨੋਲੋਜੀ ਇੰਨੀ ਇਵੋਲਵ ਹੋ ਗਈ ਆ, ਤਾਂ ਕਿਤੇ ਨਾ ਕਿਤੇ ਪੰਜਾਬ ਸੂਬੇ ਨੇ ਹੋਰ ਵੀ ਉਪਰਾਲੇ ਨੇ ਜੋ ਯੂਥ ਨੂੰ ਨਾਲ ਜੋੜ ਕੇ ਐਸੋਸੀਏਟ ਕਰਕੇ ਇਹ ਕਰਨੇ ਨੇ। ਤੇ ਉਹਦੇ ਲਈ ਸਕੂਲ ਆਫ ਐਮੀਨੈਂਸ ਦਾ ਮਾਡਲ ਹੈ ਤੇ MLA ਦਾ ਖਾਸ ਕਿਤੇ ਨਾ ਕਿਤੇ ਉੱਥੇ ਜ਼ਿੰਮੇਵਾਰੀ ਰੋਲ ਅਦਾ ਕਰਨ ਦੀ ਇੱਕ ਮੌਕਾ ਮਿਲਿਆ ਔਰ ਲੋਕਾਂ ਦਾ ਵਿਸ਼ਵਾਸ ਜਿੱਤਣ ਦਾ ਇੱਕ ਮੌਕਾ ਮਿਲਿਆ। ਤਾਂ ਇਹ ਦੁਬਾਰਾ ਤੋਂ ਜੇ ਇਹ ਵਿਸ਼ਵਾਸ ਜਿੱਤ ਲੈਂਦੇ ਨੇ ਤੇ ਕਿਤੇ ਨਾ ਕਿਤੇ ਇੱਕ ਆਪਣੀ ਅੱਛੀ ਪੋਜੀਸ਼ਨ ਹੈ ਉਹ ਸਥਾਪਿਤ ਕਰ ਸਕਦੇ ਆ ਔਰ ਇਸੇ ਮਾਡਲ ਨੂੰ ਇਹ ਨੈਸ਼ਨਲ ਲੈਵਲ ਤੱਕ ਐਗਜ਼ੀਕਿਊਟ ਕਰਨ ਦੀ ਇਹ ਕਿਤੇ ਨਾ ਕਿਤੇ ਗੱਲ ਆਖਦੇ ਨੇ। ਵਿਜ਼ਨ ਬਣਾਈ ਹੈ ਜੋ ਕਿਤੇ ਨਾ ਕਿਤੇ ਵਿਜ਼ਨ ਪੰਜਾਬ ਦੇ ਵਿੱਚ ਇਹ ਵੇਖ ਰਹੇ ਨੇ ਵਿਨੇ ਜੀ, ਜੋ ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਇਹ ਪ੍ਰੋਗਰੈਸ਼ਨ ਹੈ ਉਹ ਦੇਖਣ ਨੂੰ ਵੀ ਮਿਲ ਰਹੀ ਹੈ। ਫੋਰਨ ਦੇ ਵਿੱਚ ਅਕਸਰ ਦੇਖਿਆ ਗਿਆ, ਫੋਰਨ ਦੇ ਵਿੱਚ ਐਜੂਕੇਸ਼ਨ ਸਿਸਟਮ ਦੇ ਵਿੱਚ ਅਕਸਰ ਦੇਖਿਆ ਗਿਆ ਕਿ ਬੱਚਿਆਂ ਤੇ ਬਸਤਿਆਂ ਦਾ ਬੋਝ ਨਹੀਂ ਹੁੰਦਾ, ਸਕੂਲ ਬੈਗ ਦਾ ਬੋਝ ਜਿਹੜਾ ਉਹ ਨਹੀਂ ਹੁੰਦਾ। ਇਹ ਪਿਛਲੀਆਂ ਸਰਕਾਰਾਂ ਜਿਹੜੇ ਰਹੀਆਂ ਉਹਨਾਂ ਨੇ ਵੀ ਕਿਹਾ ਕਿ ਬੱਚਿਆਂ ਤੇ ਸਕੂਲ ਜਿਹੜਾ ਬੈਗਸ ਦਾ ਬੋਝ ਹੈ ਜਿਹੜਾ ਉਹ ਹਟਾਇਆ ਜਾਏਗਾ। ਔਰ ਮੌਜੂਦਾ ਸਰਕਾਰ ਹੁਣ ਜੇ ਐਜੂਕੇਸ਼ਨ ਸਿਸਟਮ ਤੇ ਕੰਮ ਕਰ ਰਹੀ ਹੈ ਔਰ ਜਿਸ ਐਜੂਕੇਸ਼ਨ ਸਿਸਟਮ ਨੂੰ ਡਿਵੈਲਪ ਕੀਤਾ ਜਾ ਰਿਹਾ ਉਸ ਐਜੂਕੇਸ਼ਨ ਸਿਸਟਮ ਤੇ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਜਿਹੜੇ ਬਾਕੀ ਸਾਲ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਹੈ ਉਸ ਦੌਰਾਨ ਇਹ ਬੈਗ ਵਾਲਾ ਸਿਸਟਮ ਜਿਹੜਾ ਉਹ ਘਟਾਇਆ ਜਾਏ, ਕਿਉਂਕਿ ਬੈਗ ਇੰਨੇ ਕੁ ਭਾਰੇ ਨੇ, ਇੰਨੀਆਂ ਕਿਤਾਬਾਂ। ਦੇਖੋ ਬੈਗ ਦਾ ਸਿਰਫ ਭਾਰੇ ਹੋਣਾ ਹੀ ਕਾਫੀ ਨਹੀਂ ਹੈਗਾ। ਬੈਗ ਭਾਰੇ ਹੋਣ ਨਾਲ ਇੱਕ ਤਾਂ ਬੱਚੇ ਦਾ ਜਿਹੜਾ ਸਰੀਰਕ ਵਿਕਾਸ ਹੈ ਉਹ ਘਟ ਜਾਂਦਾ, ਬਿਲਕੁਲ ਠੀਕ ਹੈ। ਤੇ ਉਸ ਤੋਂ ਬਾਅਦ ਜਿਹੜੀ ਕਿਤਾਬਾਂ ਖਰੀਦਣ ਲਈ ਜਿਹੜੇ ਖਰਚੇ ਹੈ, ਕਿਤਾਬਾਂ ਖਰੀਦਣ ਦੇ, ਕਿਤਾਬਾਂ ਦੀ ਵੇਚਣ ਵਾਲੇ ਆ ਉਹਨਾਂ ਦੇ ਨਖਰੇ, ਉਹਨਾਂ ਦੀ ਕਿਤਾਬ ਕੋਈ ਮਿਲ ਰਹੀ ਕੋਈ ਨਹੀਂ ਮਿਲ ਰਹੀ। ਇਹ ਸਿਸਟਮ ਕਿਸੇ ਨਾ ਜਿੱਦਾਂ, ਕਿਉਂਕਿ ਜੋ ਸਕੂਲ ਦੇ ਜਿਸ ਵੀ ਸਕੂਲ ਦਾ ਸਿਲੇਬਸ ਹੈ
ਉਸ ਸਕੂਲ ਦੇ ਜੇ ਡਿਜੀਟਲ ਸਿਸਟਮ ਉੱਥੇ ਹੋ ਜਾਂਦਾ ਹੈ ਔਰ ਬੋਰਡ ਵੀ ਡਿਜੀਟਲ ਲੱਗ ਜਾਂਦੇ ਆ ਤੇ ਉਸ ਸਕੂਲ ਦੀ ਉਸ ਕਲਾਸ ਦੀਆਂ ਕਿਤਾਬਾਂ ਨੂੰ ਇੱਕ ਕਲਾਸਰੂਮ ਦੇ ਵਿੱਚ ਫੀਡ ਵੀ ਕੀਤਾ ਜਾ ਸਕਦਾ ਸਿਸਟਮ ਦੇ ਵਿੱਚ। ਜ਼ਰੂਰੀ ਨਹੀਂ ਹੈ ਕਿ ਬੱਚਾ ਘਰੋਂ ਕਿਤਾਬ ਲੈ ਕੇ ਆਵੇ। ਇਹ ਤੁਹਾਨੂੰ ਕੀ ਲੱਗਦਾ ਅਗਲੇ 4 ਸਾਲ ਬਾਅਦ 4 ਸਾਲ ਦੇ ਵਿੱਚ ਜਿਹੜਾ ਇਹਨਾਂ ਕੋਲ ਸਮਾਂ ਹੈਗਾ ਉਹਦੇ ਵਿੱਚ ਇਹ ਪੋਸੀਬਿਲਿਟੀ ਹੈ? ਦੇਖੋ ਜੀ, ਹਰ ਅਦਾਰੇ ਦਾ ਆਪਣਾ ਰੋਲ ਹੈਗਾ, ਜਿਹਦੇ ਵਿੱਚ ਕਿਤੇ ਨਾ ਕਿਤੇ ਇੰਨੀ ਬੱਚਿਆਂ ਦੀ ਜੇ ਡਿਜੀਟਲ ਤੇ ਨਿਗਾਹ ਲਗਾਣੀ ਵੀ ਕਿਤੇ ਨਾ ਕਿਤੇ ਐਕਸਪਰਟਸ ਦੱਸਦੇ ਨੇ ਸਾਡੇ, ਉਹ ਕਿਤੇ ਨਾ ਕਿਤੇ ਗਲਤ ਹੋ ਜਾਂਦੀ ਹੈ। ਜਿੱਥੇ ਕਿਤੇ ਨਾ ਕਿਤੇ ਇਹਨਾਂ ਦੀ ਪੇਪਰਸ ਦੇ ਰੂਪ ਦੇ ਵਿੱਚ ਉਹਨਾਂ ਨੂੰ ਦੇਖਣਾ, ਅੱਖਾਂ ਦੇ ਵਿੱਚ ਪ੍ਰੈਸ਼ਰ ਘਟਾਉਣਾ, ਇਹ ਚੀਜ਼ਾਂ ਜ਼ਰੂਰੀ ਨੇ। ਤੇ ਇਸ ਲਈ ਇੱਕਦਮ ਜੋ ਅਸੀਂ ਮਾਡਲ ਜੇ ਕੋਈ ਸਥਾਪਿਤ ਕਰਦੇ ਹਾਂ, ਕੋਈ ਪਾਲਿਸੀਜ਼ ਬਣਾਈਆਂ ਜਾਂਦੀਆਂ ਨੇ, ਉਹਨੂੰ ਇਸ ਤਰ੍ਹਾਂ ਵਿਦਆਊਟ ਐਨਾਲਿਸਿਸ, ਵਿਦਆਊਟ ਆਬਜ਼ਰਵੇਸ਼ਨ ਅਸੀਂ ਨਹੀਂ ਐਗਜ਼ੀਕਿਊਟ ਕਰ ਸਕਦੇ। ਕਿਉਂਕਿ ਬੱਚਿਆਂ ਦੀ ਜੇ ਅਸੀਂ ਸਰੀਰਕ ਦੀ ਗੱਲ ਆਖਦੇ ਹਾਂ, ਬੱਚਿਆਂ ਦੇ ਡਿਜੀਟਲ ਨੂੰ ਜ਼ਿਆਦਾ ਟਾਈਮ ਵੀ ਅਸੀਂ ਸਸਟੇਨ ਕਰਕੇ ਨਹੀਂ ਰੱਖ ਸਕਦੇ। ਜਿਹਦੇ ਨਾਲ ਆਈਜ਼ ਦੀ ਜ਼ਿਆਦਾ ਟਾਈਮ ਰੱਖਣ ਨਾਲ ਉਹਨਾਂ ਦੇ ਮੈਂਟਲ ਤੇ ਔਰ ਪੂਰੇ ਨਿਊਰੋ ਸਿਸਟਮ ਤੇ ਵੀ ਇਫੈਕਟ ਹੈ। ਵੀਣੇ ਜੀ, ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਦਾ ਬੈਲੈਂਸਿੰਗ ਕਰਨਾ, ਉੱਥੇ ਕਿਤੇ ਨਾ ਕਿਤੇ ਹਾਰਡ ਕਿਤਾਬਾਂ ਦਾ ਵੀ ਉਨਾ ਹੀ ਰੋਲ ਆ ਜਾਂਦਾ। ਉੱਥੇ ਵੀ ਹਾਰਡ ਕਿਤਾਬਾਂ 'ਚ ਕਲਰ ਕੋਡਿੰਗ ਮਿਲ ਜਾਂਦੀ ਹੈ, 3D ਪਿਕਚਰਾਂ ਉਹਦੇ ਵਿੱਚ ਵੀ ਮਿਲ ਜਾਂਦੀਆਂ, ਪ੍ਰਿੰਟ ਹੋਈਆਂ ਮਿਲ ਜਾਂਦੀਆਂ ਨੇ। ਇਸ ਲਈ ਹਰ ਅਦਾਰਿਆਂ ਦਾ, ਹਰ ਖੇਤਰ ਦਾ ਵੀ ਆਪਣਾ ਰੋਲ ਹੈ ਔਰ ਇਹਦੇ ਨਾਲ ਰੁਜ਼ਗਾਰ ਵੀ ਲੋਕਾਂ ਦੇ ਜੁੜੇ ਹੁੰਦੇ ਨੇ ਕਿਤੇ ਨਾ ਕਿਤੇ। ਇਹਦੇ ਤੇ ਇੱਕ ਅਸੀਂ ਐਜੂਕੇਸ਼ਨ ਦੀ ਗੱਲ ਕਰੀਏ, ਸਟੇਸ਼ਨਰੀ ਦੀ ਗੱਲ ਕਰੀਏ, ਇਹਦੇ ਨਾਲ ਸਭ ਪਾਰਟ ਇੱਕ ਜੋ ਲੋਕਾਂ ਦੇ ਰੁਜ਼ਗਾਰ ਨੇ, ਕਿਤੇ ਨਾ ਕਿਤੇ ਜ਼ਰੂਰਤਾਂ ਨੇ, ਉਹ ਇਕੋ ਸਿਸਟਮ ਹੈ ਇੱਕ ਬਣਿਆ ਹੋਇਆ। ਅਸੀਂ ਇਕੋ ਸਿਸਟਮ ਨੂੰ ਇੱਕਦਮ ਡਿਸਟਰਬ ਨਹੀਂ ਕਰ ਸਕਦੇ। ਇਕੋ ਸਿਸਟਮ ਜੇ ਅਸੀਂ ਨਵੀਂ ਟੈਕਨੋਲੋਜੀ ਇਵੋਲਵ ਹੁੰਦੀ ਹੈ, ਇੱਕਦਮ ਡਿਸਟਰਪਸ਼ਨ ਚੇਂਜਸ ਆਉਂਦੇ ਨੇ, ਉਹਦੇ ਲਈ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਹੀ ਚੱਲਣਾ। ਇੱਦਾਂ ਨਹੀਂ ਹੈ ਵੀ ਇੱਕ ਸੈਕਟਰ ਨੂੰ ਜੇ ਅਸੀਂ ਫਾਇਦਾ ਕਰਤਾ ਤੇ ਦੂਜੇ ਦੇ ਢਿੱਡ ਤੇ ਲੱਤ ਮਾਰ ਦੇਣਾ। ਇਹ ਵੀ ਕੋਈ ਸਰਕਾਰ ਕਦੇ ਵੀ ਇਸ ਤਰ੍ਹਾਂ ਦੀ ਆਪਣੇ ਲੋਕ ਹਿੱਤ 'ਚ ਗੱਲਾਂ ਕਰੂਗੀ, ਉਹ ਐਨਾਲਿਸਿਸ ਪਹਿਲਾਂ ਹੀ ਜਾਂਚ ਲੂਗੀ ਕਿ ਕਿਸ ਤਰ੍ਹਾਂ ਦਾ ਬੈਨੀਫਿਟਸ ਹੈ। ਉਹ ਅਸੀਂ ਨਵੀਂ ਸਾਡੀ ਪੋਲਿਸੀਜ਼ ਆ, ਉਹ ਇੱਕ ਧਿਰ ਨੂੰ ਫਾਇਦਾ ਕਰਦੀ ਹੈ ਤੇ ਦੂਜੇ ਨੂੰ ਕਿਸੇ ਨੂੰ ਕੋਈ ਸਾਈਡ ਇਫੈਕਟ ਨਾ ਹੋਵੇ। ਕਿਤੇ ਨਾ ਕਿਤੇ ਇੱਕ ਬੈਲੈਂਸਿੰਗ ਦੇ ਰੂਪ ਦੇ ਵਿੱਚ ਚਲਾਇਆ ਜਾਂਦਾ ਔਰ ਐਕਸਪਰਟਸ ਵੀ ਦੱਸਦੇ ਨੇ ਕਿਤੇ ਨਾ ਕਿਤੇ ਅਸੀਂ ਐਕਸੈਸ ਦੇ ਵਿੱਚ ਕਿਸੇ ਪਾਸੇ ਇੱਕ ਲੈ ਜਾਈਏ। ਐਕਸੈਸ ਹਰ ਚੀਜ਼ ਦੀ ਕਿਤੇ ਨਾ ਕਿਤੇ ਮਾੜੀ ਹੋ ਜਾਂਦੀ ਹੈ, ਨਤੀਜੇ ਮਾੜੇ ਨਿਕਲਦੇ ਨੇ। ਇਕੱਲੇ ਹੀ ਅਸੀਂ ਡਿਜੀਟਲ ਦੇ ਵਿੱਚ ਉਹਨਾਂ ਦੀ ਅੱਖਾਂ ਤੇ ਉਹ ਸਰੀਰਕ ਨੁਕਸਾਨ ਅਸੀਂ ਕਰੀਏ, ਉਹ ਹੈਲਥ ਵਾਈਜ਼ ਵੀ ਗਲਤ ਹੋ ਜੂ। ਇਸ ਲਈ ਹਰ ਪਾਸੇ ਹੈ ਜੋ ਕਿਤੇ ਨਾ ਕਿਤੇ ਰੋਲ ਹੈ। ਅੱਜ ਵੀ ਸਾਡੇ ਚਾਹੇ PhD ਡਾਕਟਰੇਟ ਤੱਕ ਸਾਡੇ ਨਾਲ ਦੇ ਜੋ ਕਲੀਗਸ ਸਾਡੇ ਨਾਲ ਬਹਿ ਕੇ ਡਿਸਕਸ਼ਨ ਕਰਦੇ ਆ, ਉਹਨਾਂ ਨੇ ਵੀ ਹਾਰਡ ਪ੍ਰਿੰਟ ਹੀ ਕੱਢੇ ਹੁੰਦੇ ਨੇ। ਚਾਹੇ ਉਹਨਾਂ ਨਾਲ ਲੈਪਟਾਪ ਟੈਬ ਹੈਗੀਆਂ ਨੇ, ਉਹ ਜ਼ਿਆਦਾ ਸਮਾਂ ਨਹੀਂ ਦੇਖ ਸਕਦੇ। ਇਹਦੇ ਨਾਲ ਸਾਡੀ ਰਿਟੈਂਸ਼ਨ ਹੈ ਜਿਹੜੀ ਕਿਤੇ ਨਾ ਕਿਤੇ ਉਹ 'ਤੇ ਇਫੈਕਟ ਪੈਂਦਾ। ਬਹੁਤ ਸਾਰੀਆਂ ਹੋਰ ਵੀ ਗੱਲਾਂ ਹੈ ਜੋ ਕਿਤੇ ਨਾ ਕਿਤੇ ਐਕਸਪਰਟ ਦੇ ਰੂਪ 'ਚ ਸਾਡੇ ਲਈ ਸਾਹਮਣੇ ਆਉਂਦੀਆਂ। ਉਹ ਸਾਰੀ ਚੀਜ਼ਾਂ ਦਾ ਅੰਕਲਨ ਕਰਨਾ ਜ਼ਰੂਰੀ ਹੁੰਦਾ। ਇਸ ਲਈ ਬਿਨਾਂ ਜੀ ਕਿਤੇ ਨਾ ਕਿਤੇ ਹਰ ਖੇਤਰ ਦਾ, ਹਰ ਏਰੀਏ ਦਾ ਆਪਣਾ ਰੋਲ ਹੈ। ਇਸ ਲਈ ਬਿਨਾਂ ਐਕਸਪਰਟ ਦੀ ਐਡਵਾਈਸ ਤੋਂ ਅਸੀਂ ਉਹਨੂੰ ਕਿਤੇ ਨਾ ਕਿਤੇ ਚੇਂਜਿਸ ਐਂਡ ਟ੍ਰਾਇਲ ਤੋਂ ਬਿਨਾਂ ਨਹੀਂ ਕਰ ਸਕਦੇ। ਜਦੋਂ ਮਾਨ ਸਰਕਾਰ ਸੱਤਾ ਦੇ ਵਿੱਚ ਆਈ ਹੈ ਤੇ ਉਦੋਂ ਪ੍ਰਾਈਵੇਟ ਸਕੂਲਾਂ ਤੇ ਇਹਨਾਂ ਨੇ ਆ ਕੇ ਕਾਫੀ ਸਖਤੀ ਕੀਤੀ ਜੀ। ਕਿਉਂਕਿ ਉਹਨਾਂ ਸ਼ਿਕਾਇਤਾਂ ਅਕਸਰ ਮਿਲਦੀਆਂ ਸੀਗੀਆਂ। ਜਿਹੜੇ ਬੱਚਿਆਂ ਦੇ ਮਾਪੇ ਨੇ ਉਹ ਕਹਿੰਦੇ ਨੇ ਕਿ ਜੀ ਇੱਕ ਤਾਂ ਫੀਸਾਂ ਬਹੁਤ ਜ਼ਿਆਦੀਆਂ ਨੇ, ਉੱਪਰੋਂ ਇੱਕ ਪਰਟੀਕੂਲਰ ਦੁਕਾਨ ਦੱਸੀ ਜਾਂਦੀ ਜਾਂ ਸਕੂਲ ਤੋਂ ਹੀ ਕਿਹਾ ਜਾਂਦਾ ਹੈ ਕਿ ਤੁਹਾਨੂੰ ਕਿਤਾਬਾਂ ਲੈਣੀਆਂ ਪੈਣੀਆਂ, ਵਰਦੀ ਲੈਣੀ ਪੈਣੀ। ਈਵਨ ਕਿ ਬੱਚੇ ਦੀ ਜੁਰਾਬਾਂ, ਬੂਟ ਤੱਕ ਜਿਹੜੇ ਹੈਗੇ ਆ ਉਹ ਸਕੂਲਾਂ ਜਾਂ ਪਰਟੀਕੂਲਰ ਕਿਸੇ ਦੁਕਾਨ ਤੋਂ ਦੱਸੇ ਜਾਂਦੇ ਕਿ ਉੱਥੋਂ ਲਓ। ਇਹਨਾਂ ਨੇ ਆਉਂਦੇ ਹੀ ਕਾਫੀ ਸਖਤੀ ਕੀਤੀ ਔਰ ਲੇਕਿਨ ਸਕੂਲ ਵਾਲੇ ਵੀ ਅੱਗੋਂ ਅਗਰੈਸਿਵ ਹੋ ਗਏ। ਸਕੂਲਾਂ ਵਾਲੋਂ ਨੇ ਵੀ ਸਰਕਾਰ ਨੂੰ ਕਿਹਾ ਕਿ ਨਹੀਂ, ਇਹ ਸਿਸਟਮ ਠੀਕ ਨਹੀਂ ਹੈਗਾ, ਸਕੂਲਾਂ ਦੇ ਖਰਚੇ ਹੈਗੇ ਆ ਉਹ ਕਿੱਥੋਂ ਪੂਰੇ ਹੋਣੇ ਆ। ਤੇ ਉਹ ਸਭ ਬਾਤ ਦੇ ਵਿੱਚ ਜਿਹੜਾ ਹੈਗਾ ਉਹ ਇੱਕ ਮਿਊਟ 'ਚ ਪੈ ਗਿਆ, ਯਾਨੀ ਚੁੱਪੀ ਦੇ ਵਿੱਚ ਪੈ ਗਿਆ। ਹੁਣ ਵੀ ਜਿਹੜੇ ਪ੍ਰਾਈਵੇਟ ਸਕੂਲ ਹੈਗੇ ਆ ਤਕਰੀਬਨ ਆਪਣੀ ਮਨਮਾਨੀ ਹੀ ਕਰਦੇ ਆ। ਤੇ ਮਾਨ ਸਰਕਾਰ ਨੇ ਕਾਫੀ ਸਿੱਖਿਆ ਦੇ ਵਿੱਚ ਕੰਮ ਕੀਤਾ ਕਿਉਂਕਿ ਮਾਨ ਸਰਕਾਰ ਦੀ ਕੋਸ਼ਿਸ਼ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਹੁਣ ਮਿਊਟ ਹੋਣ ਦਾ ਕਾਰਨ ਇਹ ਹੈ ਕਿ ਮਾਨ ਸਰਕਾਰ ਇਹ ਚਾਹੁੰਦੀ ਹੈ ਕਿ ਕਿਉਂ ਨਾ ਸਰਕਾਰੀ ਐਜੂਕੇਸ਼ਨ ਸਿਸਟਮ ਨੂੰ ਹੀ ਉਸ ਲੈਵਲ ਦਾ ਬਣਾਤਾ ਜਾਵੇ ਤਾਂ ਕਿ ਬੱਚੇ ਜਿਹੜੇ ਹੈਗੇ ਉਹ ਸਰਕਾਰੀ ਸਿਸਟਮ 'ਚ ਆ ਜਾਣ ਤੇ ਆਪੇ ਹੀ ਪ੍ਰਾਈਵੇਟ ਸਕੂਲ ਜਿਹੜੇ ਹੈਗੇ ਆ ਉਹ ਸਿੱਧੇ ਹੋ ਜਾਣਗੇ। ਇਹ ਮੈਨੂੰ ਲੱਗਦਾ ਹੈ ਕਿ ਇਹ ਮਾਨ ਸਰਕਾਰ ਸ਼ਾਇਦ ਇਸ ਕੋਸ਼ਿਸ਼ ਦੇ ਵਿੱਚ ਹੈ। ਦੇਖੋ ਵੀਣੇ ਜੀ, ਜੇ ਅਸੀਂ ਗੱਲ ਕਰੀਏ ਜਦੋਂ ਕੰਪੀਟੀਸ਼ਨ ਵੱਧਦਾ ਹੈ, ਜੇ ਪ੍ਰਾਈਵੇਟ ਤੇ ਸਰਕਾਰੀ ਦੇ ਜੇ ਕੰਪੀਟੀਸ਼ਨ ਵੱਧਦਾ, ਉਹਦਾ ਸਭ ਤੋਂ ਵੱਡਾ ਫਾਇਦਾ ਉਹ ਸਟੇਕ ਹੋਲਡਰਾਂ ਨੂੰ ਹੁੰਦਾ ਕਿਉਂਕਿ ਇਹਦੇ ਨਾਲ ਕੁਆਲਿਟੀ ਆਫ ਐਜੂਕੇਸ਼ਨ ਜ਼ਰੂਰ ਵੱਧਦੀ ਹੈ। ਜੇ ਦੇਖੋ, ਜੇ ਅਸੀਂ ਗੱਲ ਕਰੀਏ ਓਪਰਚੁਨਿਟੀ ਮਾਰਕੀਟ ਦੀ, ਜੇ ਅਸੀਂ ਇੱਕ ਬਿਜ਼ਨਸ ਮਾਡਲ ਵੀ ਹੈ, ਜੇ ਪ੍ਰਾਈਵੇਟ ਅਦਾਰਾ ਕੋਈ ਬੈਠਾ ਉਹ ਇਕੱਲੀ ਉਹ ਸੇਵਾ ਲਈ ਨਹੀਂ ਬੈਠਾ, ਉਹਦਾ ਆਪਣਾ ਇੱਕ ਸਬ ਪਾਰਟ ਬਿਜ਼ਨਸ ਮਾਈਂਡਸੈਟ ਬਣਾ ਕੇ ਜ਼ਰੂਰ ਬੈਠਾ ਹੁੰਦਾ। ਜੇ ਅਸੀਂ ਬਿਜ਼ਨਸ ਨੂੰ ਐਕਚੁਅਲ ਬਿਜ਼ਨਸ ਸਮਝਣ, ਇਹ ਓਪਰਚੁਨਿਟੀ ਮਾਰਕੀਟ ਨਹੀਂ ਹੈ,
ਇਹ ਤੁਸੀਂ ਇੱਕ ਫੁੱਲ ਟਾਈਮ ਦਾ ਇੱਕ ਬਿਜ਼ਨਸ ਹੈ ਜੋ ਤੁਸੀਂ 10 ਪੀੜ੍ਹੀਆਂ ਤੱਕ ਚਲਾ ਸਕਦੇ ਹੋ ਜੇ ਕੁਆਲਿਟੀ ਵਰਕ ਕਰੋ। ਇਹਦੇ ਲਈ ਇੰਡੀਆ ਇੱਕ ਬਹੁਤ ਵੱਡੀ ਇੱਕ ਮਾਰਕੀਟ ਹੈ, ਐਜੂਕੇਸ਼ਨ ਦੀ ਬਹੁਤ ਵੱਡੀ ਇੱਕ ਮਾਰਕੀਟ ਹੈ, ਜਿੱਥੇ ਪ੍ਰਾਈਵੇਟ ਖੇਤਰ ਆਪਣਾ ਰੋਲ ਨਿਭਾ ਸਕਦਾ। ਉਹ ਬੈਸਟ ਐਜੂਕੇਸ਼ਨ ਦੇਵੇ, ਕੁਆਲਿਟੀ ਵਰਕ ਦੇਵੇ, ਸਕਿੱਲ ਓਰੀਐਂਟਡ ਉਹ ਆਪਣੀ ਮਾਡਲ ਨੂੰ ਲੈ ਕੇ ਆਵੇ। ਕਿਉਂ ਕਿੱਥੇ ਕੋਈ ਸਰਕਾਰੀ ਫੇਲ ਕਰ ਲੂਗਾ ਉਹਨਾਂ ਨੂੰ। ਗੱਲ ਇਹ ਹੈ, ਲਾਈਕ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਕੇ ਦੱਸਣਾ ਚਾਹੂੰਗਾ ਓਪਰਚੁਨਿਟੀ ਮਾਰਕੀਟ ਦੀ। ਤੁਸੀਂ ਬੱਸ ਸਟੈਂਡ ਦੇ ਵਿੱਚ ਜਾਂਦੇ ਹੋ, ਬੱਸ ਸਟੈਂਡ ਦੇ ਵਿੱਚ ਜਾਂ ਕਰਾਊਡ ਏਰੀਆ 'ਚ ਮੇਲਿਆਂ 'ਚ ਦੇਖਦੇ ਹੋ, ਉੱਥੇ ਤੁਹਾਨੂੰ ਚੀਜ਼ ਹੈ ਜੋ ਉਹ ਵੱਧ ਮਾਰਜਨ 'ਤੇ ਮਿਲਦੀ ਹੈ, ਕਿਤੇ ਨਾ ਕਿਤੇ ਤੁਹਾਡੇ 'ਤੇ ਪੈਸਾ ਵੱਧ ਵਸੂਲਿਆ ਜਾਂਦਾ ਔਰ ਕੁਆਲਿਟੀ ਘੱਟ ਹੁੰਦੀ ਆ, ਕਿਉਂਕਿ ਤੁਹਾਨੂੰ ਉਦੋਂ ਮੌਕੇ ਦੀ ਜ਼ਰੂਰਤ ਹੁੰਦੀ ਆ। ਕਸਟਮਰ ਤੁਹਾਡੇ ਲਵੇ ਆਉਂਦਾ, ਉਹਨੇ ਬੱਸ ਫੜਨੀ ਹੈ ਜਾਂ ਕੋਈ ਆਪਣਾ ਵਾਹਨ ਫੜਨਾ, ਉਹਨੇ ਕਿਤੇ ਨਾ ਕਿਤੇ ਤੁਹਾਡੇ ਤੋਂ ਚੀਜ਼ ਦੀ ਡਿਮਾਂਡ ਕਰਨੀ ਹੈ ਔਰ ਸਮਾਂ ਉਹਦੇ ਲਵੇ ਘੱਟ ਹੁੰਦਾ, ਜ਼ਿਆਦਾ ਸਮਾਂ ਨਾ ਹੋਣ ਕਰਕੇ ਓਪਰਚੁਨਿਟੀ ਸਾਹਮਣੇ ਦੁਕਾਨਦਾਰ ਦੇਖਦਾ, ਉਹ ਤੋਂ ਕਿਤੇ ਨਾ ਕਿਤੇ ਉਹ ਛਿੱਲ ਲਾਉਣ ਦੀ ਕੋਸ਼ਿਸ਼ ਕਰਦਾ। ਇਹਨੂੰ ਅਸੀਂ ਓਪਰਚੁਨਿਟੀ ਮਾਰਕੀਟ ਕਹਿੰਦੇ ਆ। ਬਟ ਜੇ ਐਜੂਕੇਸ਼ਨ ਖੇਤਰ ਦੇ ਵਿੱਚ ਤੁਸੀਂ ਓਪਰਚੁਨਿਟੀ ਮਾਰਕੀਟ ਦੇਖੋ, ਇਹ ਓਪਰਚੁਨਿਟੀ ਮਾਰਕੀਟ ਨਹੀਂ ਹੈ। ਅੱਜ ਵੀ ਜੋ ਬਿਜ਼ਨਸ ਹੈ ਇੰਡੀਆ ਦੇ ਵਿੱਚ, ਡਾਬਰ ਹਮਦਰਦ ਵਰਗੀਆਂ ਜੋ ਕੰਪਨੀਆਂ ਨੇ ਉਹ 100 ਸਾਲ ਤੋਂ ਵੱਧ ਸਮੇਂ ਤੋਂ ਅੱਜ ਆਪਣੇ ਆਪ ਨੂੰ ਬਣਾ ਕੇ ਰੱਖਿਆ ਹੋਇਆ। ਉਹਦਾ ਕਾਰਨ ਕੀ ਆ? ਲੋਕਾਂ ਨੂੰ ਵੈਲਿਊ ਦਿੰਦੀਆਂ ਨੇ, ਉਹਨਾਂ ਦੀ ਪ੍ਰੋਡਕਟ ਦੀ ਵੈਲਿਊ ਹੈ ਜੋ ਉਹਨਾਂ ਦੀ ਲਾਈਫ ਦੇ ਵਿੱਚ ਵੈਲਿਊ ਐਡ ਕਰਦੀ ਹੈ। ਜੇ ਤੁਸੀਂ ਐਜੂਕੇਸ਼ਨ 'ਚ ਲੈ ਕੇ ਆਏ ਹੋ, ਤੁਸੀਂ ਪ੍ਰਾਈਵੇਟ ਅਦਾਰੇ 'ਚ ਲੈ ਕੇ ਆਏ ਹੋ, ਤੁਸੀਂ ਐਕਚੁਅਲ ਮਾਡਲ ਨੂੰ, ਬਿਜ਼ਨਸ ਨੂੰ ਤੁਸੀਂ ਸਮਝ ਹੀ ਨਹੀਂ ਪਾਏ, ਤੁਹਾਡੇ ਵਿੱਚ ਕਮੀ ਸੀ। ਅੱਜ ਇਹ ਓਪਰਚੁਨਿਟੀ ਮਾਰਕੀਟ ਨਹੀਂ, ਇਹ ਸਸਟੇਨੇਬਿਲਿਟੀ ਵਾਲੀ ਮਾਰਕੀਟ ਹੈ। ਇਹਦੇ ਵਿੱਚ ਤੁਸੀਂ ਸਕਿੱਲ ਓਰੀਐਂਟਡ ਲੈ ਕੇ ਆਓ, ਥੋੜਾ ਯੂਥ ਤਿਆਰ ਕਰੋ, ਉਹ ਮਾਡਲ ਨੂੰ, ਸਟਰਕਚਰ ਨੂੰ ਡਿਵੈਲਪ ਕਰੋ, ਉਹ ਟੀਮ ਨੂੰ ਬਣਾਓ। ਕਿੱਥੇ ਬੱਚਾ ਜਾਊਗਾ ਤੁਹਾਡੇ ਲਵੇ? ਬੱਚਾ ਤੁਸੀਂ ਆਪਣਾ 10th ਤੋਂ ਲਿਆਓ, +1 +2 ਤੋਂ ਲਿਆਓ। ਸਟਰੀਮਸ ਨੇ ਅੱਜ ਤਾਂ, ਪਹਿਲਾਂ ਸਟਰੀਮਸ ਕੀ ਹੁੰਦੀਆਂ ਸੀ ਬਿਨੇ ਜੀ? ਪਹਿਲਾਂ 5-7 ਤਰ੍ਹਾਂ ਦੀਆਂ, 10 ਤਰ੍ਹਾਂ ਦੀ ਤੁਹਾਨੂੰ ਕੋਰਸਿਸ ਦੀ ਆਪਸ਼ਨ ਹੁੰਦੀ, ਅੱਜ 100 ਤਰ੍ਹਾਂ ਦੀ ਆਪਸ਼ਨਸ ਮਿਲਦੀ ਹੈ ਤੁਹਾਨੂੰ। AI ਵਰਗੇ, ਆਰਟੀਫਿਸ਼ੀਅਲ ਇੰਟੈਲੀਜੈਂਸ ਵਰਗੇ ਦੇ ਵਿੱਚ, ਮਾਈਕਰੋ ਪ੍ਰੋਸੈਸਰ ਤੋਂ ਲੈ ਕੇ ਬਹੁਤ ਸਾਰੀ ਇੰਜੀਨੀਅਰਿੰਗ ਦੇ ਸੈਕਟਰ ਦੇ ਵਿੱਚ, ਮੈਡੀਕਲ ਖੇਤਰ ਦੇ ਵਿੱਚ, ਹਸਪੀਟੈਲਿਟੀ ਦੇ ਵਿੱਚ ਅੱਜ ਕਿੰਨੀਆਂ ਨਵੀਆਂ ਟ੍ਰੇਡਸ ਨੇ ਜਿਹੜੀਆਂ ਜਨਰੇਟ ਹੋ ਗਈਆਂ ਨੇ, ਕੋਰਸਿਸ ਜਨਰੇਟ ਹੋ ਗਈਆਂ ਨੇ, ITਆਂ ਜਨਰੇਟ ਹੋਈਆਂ ਨੇ। ਬਟ ਉਹਨਾਂ ਨੇ ਕੀ ਕਰਿਆ? ਤੁਹਾਨੂੰ ਕਾਗਜ਼ ਫੜਾਉਣ ਤੱਕ ਦੀ ਫਾਰਮੈਲਿਟੀ ਕਰ ਲਈ। ਉਹ ਕਾਗਜ਼ ਫੜ ਕੇ ਜਦੋਂ ਬੱਚਾ ਬਾਜ਼ਾਰ 'ਚ, ਮਾਰਕੀਟ 'ਚ ਜਾਂਦਾ, ਜਦੋਂ ਉਹਨੂੰ ਨੌਕਰੀ ਨਹੀਂ ਮਿਲਦੀ, ਫਿਰ ਤੁਹਾਡੀ ਕਿਤੇ ਨਾ ਕਿਤੇ ਇਹ ਸਟੱਕ ਹੋ ਜਾਂਦੀਆਂ ਨੇ, ਕਿਤੇ ਨਾ ਕਿਤੇ ਉਹ ਦੁਕਾਨਦਾਰੀ ਦੇ ਇਫੈਕਟ ਪੈਂਦਾ। ਜੇ ਤੁਸੀਂ ਉਹਨੂੰ ਜੋ ਸਰਟੀਫਿਕੇਟ ਡਿਗਰੀ ਦੇ ਰਹੇ ਹੋ, ਤੁਸੀਂ ਬੱਚੇ ਨੂੰ ਜੇ ਰਿਫਾਈਨ ਕਰੋ, ਵੈਲਿਊ ਦਿਓ, ਉਹਨੂੰ ਮਾਰਕੀਟ 'ਚ ਵੈਲਿਊ ਅੱਗੇ ਮਿਲੇ, ਕਿਉਂ? ਫਿਰ ਤੁਹਾਨੂੰ ਕੌਣ ਰੋਕ ਸਕਦਾ? ਕਿੱਡੀ ਮਰਜ਼ੀ ਸਰਕਾਰੀ ਮਾਡਲ ਆਈ ਜਾਣ, ਫਿਰ ਉਸ ਖੇਤਰ ਦੇ ਵਿੱਚ ਕੋਈ ਬਰਾਬਰੀ ਨਹੀਂ ਕਰ ਸਕਦਾ। ਇਹਦੇ ਵਿੱਚ ਅੱਜ ਇਹਦੇ ਵਿੱਚ ਸਭ ਤੋਂ ਵੱਡੀ ਐਗਜ਼ਾਮਪਲ ਹੈ ਜੋ ਮੁਕੇਸ਼ ਅੰਬਾਨੀ ਜੀ ਦੀ ਕੰਪਨੀ 에ਅਰਲਾਈਨਸ ਨੇ ਜੀਓ ਲਿਆ ਕੇ ਖੜੀ ਕੀਤੀ ਸੀ। ਜੀਓ ਨੇ ਲੋਕਾਂ ਨੂੰ ਵੈਲਿਊ ਦਿੱਤੀ, ਘਰ ਘਰ ਇੰਟਰਨੈਟ ਪਹੁੰਚਾਇਆ, 4G ਆਇਆ, 5G ਆਇਆ, ਸਪੀਡ ਵਧਾਈ ਇੰਟਰਨੈਟ ਦੀ। ਲੋਕਾਂ ਨੂੰ ਲੱਗਦਾ ਸੀਗਾ ਵੀ ਇੱਕ ਮੋਨੋਪੋਲੀ ਕ੍ਰੀਏਟ ਹੋ ਗਈ। ਉਹ ਬੇਵਕੂਫਾਂ ਨੂੰ ਇਹ ਨਹੀਂ ਪਤਾ ਸੀ ਮੋਨੋਪੋਲੀ ਨਹੀਂ, ਇਹ ਟੈਕਨੋਲੋਜੀ ਨੂੰ ਜੋ ਤੁਹਾਨੂੰ ਬੈਟਰਮੈਂਟ ਲਈ ਮਿਲੀ ਹੈ, ਮੁਲਕ ਦੀ, ਸੂਬੇ ਦੀ ਕਿੰਨੀ ਤਰੱਕੀ ਕਰੀ ਆ, ਸਿਸਟਮ ਨੂੰ ਗਲੋਬਲਾਈਜ਼ ਕਰਿਆ, ਨਾਲ ਜੋੜਿਆ। ਲੋਕਾਂ ਨੂੰ ਇਹ ਚੀਜ਼ਾਂ ਨਹੀਂ ਪਤਾ ਲੱਗਦੀਆਂ ਵੀ ਜਦੋਂ ਪ੍ਰੋਡਕਟ ਦੀ ਵੈਲਿਊ ਤੁਹਾਨੂੰ ਮਿਲਦੀ ਹੈ, ਤੁਸੀਂ ਸੈਲਫ ਗਰੋ ਹੋ ਜਾਂਦੇ ਹੋ। ਇਸ ਲਈ ਇਹ ਪ੍ਰਾਈਵੇਟ ਖੇਤਰ ਦਾ, ਕਾਰਪੋਰੇਟ ਅਦਾਰਿਆਂ ਦਾ, ਉਹ ਸਰਕਾਰੀ ਖੇਤਰ ਦਾ ਆਪਣਾ ਆਪਣਾ ਰੋਲ ਹੈ। ਇਹਨੂੰ ਅਸੀਂ ਇਕੱਠਾ ਨਹੀਂ ਕਰ ਸਕਦੇ, ਪਾਰਸ਼ਲੀ ਰੱਖਾਂਗੇ। ਹਰ ਖੇਤਰ ਦਾ ਆਪਣਾ ਰੋਲ ਆ। ਔਰ ਕੋਈ ਵੀ ਜੋ ਮਾਡਲ ਹੈ ਕੰਪੀਟੀਸ਼ਨ 'ਚ ਜੇ ਆਉਂਦਾ, ਖੜਾ ਹੁੰਦਾ, ਬਰਾਬਰ ਖੜਾ ਹੁੰਦਾ, ਸਰਕਾਰ ਕੋਈ ਮੋਨੋਪੋਲੀ ਕਦੇ ਵੀ ਨਹੀਂ ਕ੍ਰੀਏਟ ਕਰ ਸਕਦੀ। ਤੁਹਾਡੇ ਲਵੇ ਬਹੁਤ ਸਾਰੇ ਜੋ ਓਪਨ ਮਾਰਕੀਟ ਓਪਰਚੁਨਿਟੀਜ਼ ਹੈ, ਤੁਸੀਂ ਉਹਨੂੰ ਸਹੀ ਯੂਟੀਲਾਈਜ਼ ਨਹੀਂ ਕਰ ਰਹੇ। ਕਿਤੇ ਨਾ ਕਿਤੇ ਗਾਈਡੈਂਸ ਦੀ ਇੱਕ ਵੱਡੀ ਕਮੀ ਹੋਣ ਕਰਕੇ ਕਿਤੇ ਨਾ ਕਿਤੇ ਇਸ ਖੇਤਰ ਦੇ ਵਿੱਚ ਜੋ ਅਸੀਂ ਫਿਰ ਦੇਖਦੇ ਹਾਂ, ਪ੍ਰਾਈਵੇਟ ਸੈਕਟਰ ਹੈ ਜੋ ਕਿਤੇ ਨਾ ਕਿਤੇ ਹਰਟ ਹੁੰਦਾ, ਸਟਕ ਹੁੰਦਾ, ਕਿਤੇ ਨਾ ਕਿਤੇ ਨੁਕਸਾਨ ਹੁੰਦੇ ਸਾਨੂੰ ਦਿਖਦੇ ਨੇ। ਸਿਰਫ ਜਾਣਕਾਰੀ ਦੀ ਕਮੀ ਹੈ। ਪਰ ਆਉਣ ਵਾਲੇ ਟਾਈਮ ਦੇ ਵਿੱਚ ਮੈਂਟਰਸ਼ਿਪ ਪ੍ਰੋਗਰਾਮਾਂ ਦੇ ਵਿੱਚ ਇਹ ਪ੍ਰੋਬਲਮਾਂ ਦਾ ਹੱਲ ਵੀ, ਮੈਂ ਸੋਲੂਸ਼ਨ ਓਰੀਐਂਟਡ ਟਾਕ ਸ਼ੋ ਮੇਰੇ ਪ੍ਰੋਗਰਾਮ ਜੋ ਹੋਣਗੇ ਉਹਦੇ ਵਿੱਚ ਮੈਂ ਕਿਤੇ ਨਾ ਕਿਤੇ ਦੇਣ ਦੀ ਕੋਸ਼ਿਸ਼ ਕਰੂੰਗਾ। ਔਰ ਆਏ ਦਿਨ ਜੋ ਇੰਪਲੀਮੈਂਟੇਸ਼ਨ ਹੈ ਲੋਕ ਹਿੱਤ ਦੇ ਵਿੱਚ ਹੀ ਅਸੀਂ ਉਮੀਦ ਕਰ ਸਕਦੇ ਹਾਂ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਹੈ ਜੋ ਲੈ ਕੇ ਆਂਦੀ ਰਹੂਗੀ। ਪਿੱਛੇ CM ਮਾਨ ਨੇ ਜਿਹੜੇ, ਉਹਨਾਂ ਨੇ ਇੱਕ ਅਨਾਉਂਸਮੈਂਟ ਕੀਤੀ ਸੀਗੀ ਕਿ ਅੱਜ ਪੰਜਾਬ ਦਾ ਬੱਚਾ ਬਾਹਰ ਬਹੁਤ ਜਾ ਰਿਹਾ, ਐਜੂਕੇਸ਼ਨ ਵਾਸਤੇ, ਪੜ੍ਹਨ ਵਾਸਤੇ ਬਾਹਰ ਬਹੁਤ ਜਾ ਰਿਹਾ। ਔਰ ਆਇਲ ਸਿਸਟਮ ਜਿਹੜਾ ਹੈਗਾ ਉਹ ਬਹੁਤ ਫੈਲ ਰਿਹਾ, ਕੁੱਕਰ ਬੁੱਤਿਆਂ ਵਾਂਗ ਫੈਲ ਰਿਹਾ। ਜਗ੍ਹਾ ਜਗ੍ਹਾ ਆਇਲ ਸੈਂਟਰ ਖੁੱਲ੍ਹੇ ਹੋਏ ਹੈ, ਕਿੰਨੇ ਕਿੰਨੇ ਪੈਸੇ ਲੈ ਰਹੇ ਬੱਚਿਆਂ ਕੋਲੋਂ। ਔਰ ਮਾਨ ਸਰਕਾਰ ਨੇ ਇਹ ਕਿਹਾ ਸੀਗਾ ਕਿ ਇੱਕ ਟਾਈਮ ਇੱਦਾਂ ਦਾ ਆਏਗਾ, ਅਸੀਂ ਲਿਆਵਾਂਗੇ ਉਹ ਟਾਈਮ। ਅਸੀਂ ਉਹ ਉਪਰਾਲੇ ਕਰਨ ਲਈ ਜੁਟ ਗਏ ਹਾਂ ਕਿ
ਬਾਹਰੋਂ ਲੋਕੀ ਇੱਥੇ ਨੌਕਰੀ ਮੰਗਣ ਆਣਗੇ, ਨਾ ਕਿ ਸਾਡਾ ਬੱਚਾ ਉੱਥੇ ਨੌਕਰੀ ਮੰਗਣ ਜਾਊਗਾ। ਤੁਹਾਨੂੰ ਕੀ ਲੱਗਦਾ ਇਹਨੂੰ ਕਿੰਨਾ ਕੁ ਟਾਈਮ ਲੱਗ ਜਾਏਗਾ? ਦੇਖੋ ਜੀ, ਟਾਈਮ ਤਾਂ ਲੱਗਣਾ ਹੀ ਹੈ ਵਿਨੇ ਜੀ। ਜੇ 70 ਸਾਲਾਂ ਦੀ ਜੇ ਅਸੀਂ ਗੱਲ ਕਰੀਏ, ਅੱਜ ਇਹ 70 ਸਾਲਾਂ ਦੀ ਪੁਰਾਣੀ ਰਵਾਇਤੀ ਸਰਕਾਰਾਂ ਨੂੰ ਪਰਾਂ ਹੋ ਕੇ, ਪਾਰਟੀਆਂ ਤੋਂ ਪਰਾਂ ਹੋ ਕੇ, ਕਿਤੇ ਨਾ ਕਿਤੇ ਇਹ ਨਵੀਂ ਸਰਕਾਰ ਜੋ ਬਣੀ ਹੈ, ਕਿਤੇ ਨਵੀਂ ਸਰਕਾਰ ਦੇ ਨਵੇਂ ਮਾਡਲ ਦੀ ਇਹ ਗੱਲ ਕਰਦੇ ਨੇ। ਦਿੱਲੀ ਮਾਡਲ ਦੀ ਚਾਹੇ ਅਸੀਂ ਗੱਲ ਆਖੀਏ, ਬਦਲਾਵ ਦੀ ਇਹ ਇੱਕ ਨਵੀਂ ਨੀਤੀਆਂ ਇਹਨਾਂ ਨੇ ਤਿਆਰ ਕਰੀਆਂ, ਕਿਉਂਕਿ ਸਿਸਟਮ ਗਲੋਬਲਾਈਜ਼ ਹੋ ਗਿਆ। ਅਸੀਂ ਇਕੱਲੀ ਸਰਕਾਰਾਂ ਦੀ ਗੱਲ ਨਹੀਂ ਕਰਦੇ, ਅਸੀਂ ਰਵਾਇਤੀਆਂ ਦੀ ਗੱਲ ਨਹੀਂ ਕਰਦੇ। ਹੁਣ ਜੇ ਰਵਾਇਤੀਆਂ ਨੇ, ਉਹਨਾਂ ਨੇ ਵੀ ਆਪਣਾ ਕਿਤੇ ਨਾ ਕਿਤੇ ਨਵੀਂ ਟੈਕਨੋਲੋਜੀ ਨਾਲ ਜੁੜਨਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਰਵਾਇਤੀਆਂ ਨੇ ਵੀ ਨਵੀਆਂ ਟੀਮਾਂ ਸਥਾਪਿਤ ਕਰ ਦਿੱਤੀਆਂ ਗਈਆਂ ਨੇ, ਕਿਉਂਕਿ ਬਦਲਾਵ ਤਾਂ ਹਰ ਚੀਜ਼ ਦੇ ਵਿੱਚ ਜ਼ਰੂਰੀ ਹੁੰਦਾ। ਪਾਣੀ ਇੱਕ ਕਹਿੰਦੇ ਖੜਾ ਕਿਤੇ ਨੁਕਸਾਨ ਕਰਦਾ, ਕਿਤੇ ਬਹਿੰਦੇ ਦੇ ਵਿੱਚ, ਤੁਰਦੇ ਸਮੇਂ ਦੇ ਨਾਲ ਸਾਨੂੰ ਜੁੜਨਾ, ਕਿਤੇ ਨਾ ਕਿਤੇ ਗਲੋਬਲਾਈਜ਼ ਸਿਸਟਮ ਜੇ ਹੋਇਆ ਤਾਂ ਉਹਦੇ ਨਾਲ ਤੁਰਨਾ, ਟੈਕਨੋਲੋਜੀ ਨਾਲ ਤੁਰਨਾ ਸਾਡੇ ਲਈ ਜ਼ਰੂਰੀ ਹੋ ਗਿਆ। ਅੱਜ ਇੱਕ ਰਿਕਸ਼ੇ ਵਾਲਾ, ਇੱਕ ਸਬਜ਼ੀ ਵਿਕਰੇਤਾ ਵੀ QR ਬਾਰਕੋਡ ਹੈ ਜੋ ਤੁਸੀਂ ਦੇਖੋਗੇ, ਉਹ ਪੇਮੈਂਟ ਡਿਜੀਟਲ ਲੈ ਲੈਂਦਾ। ਕਿਤੇ ਨਾ ਕਿਤੇ ਸਰਕਾਰਾਂ ਨੂੰ ਉਹਦਾ ਸਹੀ ਫਾਇਦਾ ਹੁੰਦਾ। ਐਕਚੁਅਲ ਫੈਕਚੁਅਲ ਡਾਟਾ ਜੋ ਉਹ ਸਾਨੂੰ ਦਿਖਦਾ, ਉਹ ਕਿਤੇ ਨਾ ਕਿਤੇ ਚਾਹੇ GST ਦੇ ਰੂਪ ਦੇ ਵਿੱਚ ਅੱਜ ਖਜ਼ਾਨਿਆਂ ਦੇ ਵਿੱਚ ਸਾਨੂੰ ਇੱਕ ਭਾਰੀ ਫਾਇਦਾ ਇੱਕ ਹੁੰਦਾ ਦਿਖ ਰਿਹਾ। ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਆਲ ਓਵਰ ਹੀ ਹੈ। ਚਾਹੇ ਐਜੂਕੇਸ਼ਨ ਦੀ ਗੱਲ ਕਰੀਏ, ਜਿਹਦੇ ਵਿੱਚ ਲਾਅ ਐਂਡ ਆਰਡਰ ਦੀ ਬਹੁਤ ਵੱਡੀ ਸਾਨੂੰ ਦਿੱਕਤ ਦਿਖਦੀ ਸੀ। ਜੋ ਬੱਚੀ ਹੈ, ਇੰਨੇ ਯੂਥ ਹੀ ਇੰਨਾ ਐਜੂਕੇਟਡ ਹੋ ਗਿਆ, ਉਹ ਕਿਤੇ ਨਾ ਕਿਤੇ ਉਹ ਆਪਣੇ ਰਾਈਟਸ ਲਈ ਵੀ ਅੱਗੇ ਵੱਧ ਜਾਂਦਾ। ਕਿਤੇ ਨਾ ਕਿਤੇ ਉਹਨੂੰ ਲੀਗਲ ਅਵੇਅਰਨੈਸ ਵੀ ਆ ਜਾਂਦੀ ਹੈ। ਕਿਤੇ ਨਾ ਕਿਤੇ ਇਹ ਸਾਰੀਆਂ ਚੀਜ਼ਾਂ ਜੋ ਤੁਸੀਂ ਕਹਿੰਦੇ ਹੋ, ਉਹਦਾ ਇਫੈਕਟ ਹੈ ਜੋ ਐਜੂਕੇਸ਼ਨ ਨਾਲ ਜੁੜਿਆ ਹੁੰਦਾ। ਜਦੋਂ ਐਜੂਕੇਸ਼ਨ ਦੀ ਬੁਨਿਆਦ ਮਜ਼ਬੂਤ ਹੋ ਗਈ, ਉਹ ਕਿਤੇ ਨਾ ਕਿਤੇ ਉਹ ਅੱਗੇ ਕਾਰਗਰ ਸਾਬਿਤ ਹੋਣੀ ਹੈ। ਔਰ ਇਹ ਜੇ ਤੁਸੀਂ ਆਖਦੇ ਹੋ ਵਿਦੇਸ਼ ਜਾਣ ਦੀ ਗੱਲ ਆਖਦੇ ਹੋ, ਵਿਦੇਸ਼ ਦੀ ਅਸੀਂ ਗੱਲ ਕਰੀਏ, ਜੋ ਜਿਸ ਰਨਿੰਗ ਕੰਟਰੀਆਂ ਦੇ ਵਿੱਚ ਜਾ ਰਹੇ ਨੇ, ਉਹ ਵਰਲਡ ਦੇ ਵਿੱਚ ਹੈਪੀਨੈਸ ਇੰਡੈਕਸ 'ਚ ਟੌਪ 10 ਦੇ ਵਿੱਚ ਆਉਂਦੀਆਂ। ਔਰ ਅੱਜ ਭਾਰਤ ਸਾਡਾ 144ਵੇਂ ਰੈਂਕ 'ਤੇ ਖੜਾ। ਕਿਤੇ ਨਾ ਕਿਤੇ ਉੱਥੇ ਜੇ ਉਹਨਾਂ ਨੂੰ ਲਾਈਫ ਇੰਡੈਕਸ ਹੈ ਜੋ ਵਧੀਆ ਦਿਖਦਾ, ਔਰ ਅੱਛੇ ਇਕੱਲੇ ਡਿਪੈਂਡਡ ਹੀ ਨਹੀਂ, ਅੱਛੇ ਵੈਲ ਸੈਟ ਹੈ ਜੋ ਰੀਲੋਕੇਟ ਹੋਏ ਨੇ। ਕਿਤੇ ਨਾ ਕਿਤੇ ਫਾਈਨੈਂਸ਼ੀਅਲੀ ਫ੍ਰੀ ਜੋ ਪਰਿਵਾਰ ਰੀਲੋਕੇਟ ਹੋਏ ਨੇ। ਕਿਤੇ ਨਾ ਕਿਤੇ ਉਹ ਇੱਕ ਵੈਦਰ ਕੰਡੀਸ਼ਨਿੰਗ ਦਾ ਵੀ ਇੱਕ ਕਾਰਨ ਹੈ। ਉੱਥੇ ਦਾ ਵੈਦਰ ਕੰਡੀਸ਼ਨ ਕਿਤੇ ਨਾ ਕਿਤੇ ਸੂਟ ਕਰਦਾ ਹੈਲਥ ਵਾਈਜ਼, ਔਰ ਉੱਥੋਂ ਦੀ ਜੋ ਇਨਵਾਇਰਮੈਂਟ ਹੈ, ਚਾਹੇ ਲਾਅ ਐਂਡ ਆਰਡਰ ਦੀ ਗੱਲ ਕਰੀਏ, ਜਿੱਥੇ ਪਾਪੂਲੇਸ਼ਨ ਘੱਟ ਹੈ, ਉੱਥੇ ਕਿਤੇ ਨਾ ਕਿਤੇ ਲਾਅ ਐਂਡ ਆਰਡਰ ਦਾ ਕੰਟਰੋਲ ਦਾ ਓਬਵੀਅਸਲੀ ਗੱਲ ਹੈ ਵਿਨੇ ਜੀ ਹੋ ਹੀ ਜਾਣਾ। ਇੱਥੇ ਸਾਡੀ ਜਿਹੜੀ ਭਾਰਤ ਹੈ 130 ਕਰੋੜ ਦੀ ਪਾਪੂਲੇਸ਼ਨ ਹੈ, ਇੱਥੇ ਕਿਤੇ ਨਾ ਕਿਤੇ ਸਿਸਟਮ ਨੂੰ ਦੁਬਾਰਾ ਲੀਹ ਤੇ ਲੈ ਕੇ ਆਉਣ ਲਈ ਟਾਈਮ ਤਾਂ ਲੱਗਣਾ ਹੀ ਆ। ਪਰ ਇੰਪਲੀਮੈਂਟੇਸ਼ਨ ਪਾਲਿਸੀਜ਼ ਜੋ ਬਣ ਰਹੀਆਂ ਨੇ, ਕਿਤੇ ਨਾ ਕਿਤੇ ਆਏ ਦਿਨ ਬਹੁਤ ਵੱਡੇ ਇੱਕ ਚੇਂਜਿਸ, ਬਦਲਾਵ ਸਾਨੂੰ ਦੇਖਣ ਨੂੰ ਮਿਲ ਰਹੇ ਨੇ। ਅੱਜ ਇਲੈਕਟ੍ਰੀਕਲ ਵਹੀਕਲ ਦੇ ਯੁੱਗ ਦੇ ਵਿੱਚ ਡਿਸਟਰਪਸ਼ਨਾਂ ਆਉਂਦੀਆਂ ਨੇ, ਟੈਕਨੋਲੋਜੀ ਦੇ ਯੁੱਗ ਦੇ ਵਿੱਚ ਅੱਜ ਸਾਨੂੰ ਹੋਰ ਵੀ ਬਹੁਤ ਵੱਡੇ ਇੱਕ ਚੇਂਜਿਸ ਦੇਖਣ ਨੂੰ ਮਿਲ ਰਹੇ ਨੇ। ਔਰ ਬਾਹਰ ਦੇ ਵਿਦੇਸ਼ੀ ਜੋ ਹੁਣ ਤੁਸੀਂ ਦੇਖ ਰਹੇ ਹੋ ਮੰਚ ਆ, ਜਾਂ G20 ਵਰਗੇ ਸਮਿਤ ਹੋਣ, ਜਾਂ ਹੋਰ ਵੀ ਕਈ ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਐਕਸਪੋ ਵਗੈਰਾ ਪ੍ਰੋਗਰਾਮ ਹੈ ਸਾਨੂੰ ਦੇਖਣ ਨੂੰ ਮਿਲ ਜਾਣਗੇ। ਹੁਣ ਤਾਂ ਯੂਰਪੀਅਨ ਸਟੈਂਡਰਡ ਵੀ ਕਿਤੇ ਨਾ ਕਿਤੇ ਭਾਰਤ ਨੂੰ ਫੋਲੋ ਕਰਨਾ ਸ਼ੁਰੂ ਕਰਤਾ, ਕਿਉਂਕਿ ਭਾਰਤ ਇੱਕ ਗਲੋਬਲ ਲੀਡਰ ਦੇ ਰੂਪ ਦੇ ਵਿੱਚ ਸਾਹਮਣੇ ਆਇਆ। ਔਰ ਪੰਜਾਬ ਸੂਬੇ ਦਾ ਆਮ ਆਦਮੀ ਪਾਰਟੀ ਦਾ ਇਹ ਮਾਡਲ ਕਿਤੇ ਨਾ ਕਿਤੇ ਯੂਥ ਨੂੰ ਤਕੜਾ ਕਰ ਦੇਣਾ। ਤੇ ਫਿਰ ਜੇ ਇਸ ਲੈਵਲ ਦੀ ਇਕਨੋਮੀ ਸਟਰੋਂਗ ਹੋ ਗਈ ਹੈ ਤਾਂ ਕਿਉਂ ਨਹੀਂ ਫਿਰ ਵਿਦੇਸ਼ਾਂ ਨੂੰ ਇੱਥੇ ਆਉਣਾ ਪਊ ਨੌਕਰੀ ਲੈਣ ਲਈ। ਕਿਉਂਕਿ ਅੱਜ ਵੀ ਵਿਦੇਸ਼ੀ ਬੱਚੇ ਕੁਝ ਐਜੂਕੇਸ਼ਨ ਅਦਾਰਿਆਂ ਦੇ ਵਿੱਚ, ਇੰਸਟੀਚਿਊਟਾਂ ਦੇ ਵਿੱਚ ਵਿਦੇਸ਼ੀ ਨਿਗਰੋ ਅਫਰੀਕਾ ਤੋਂ ਆਪਣੇ ਇਸ ਪੜ੍ਹਾਈ ਕਰਨ ਆਉਂਦੇ ਨੇ, ਕਿਉਂਕਿ ਕਿਤੇ ਨਾ ਕਿਤੇ ਐਜੂਕੇਸ਼ਨ ਦਾ ਮੁੱਢਲਾ ਕਿਤੇ ਨਾ ਕਿਤੇ ਸਾਡੇ ਪ੍ਰੋਫੈਸਰ ਨੇ, ਚਾਹੇ ਐਜੂਕੇਸ਼ਨ ਦੀ ਟੈਕਨੋਲੋਜੀ ਹੈ, ਤੇ ਕਿਤੇ ਨਾ ਕਿਤੇ ਉਹ 'ਚ ਕੁਆਲਿਟੀ ਵਰਕ ਤਾਂ ਹੈ ਹੀ ਹੈ। ਕਿਉਂਕਿ ਸਾਡੇ ਇਹੀ ਪ੍ਰੋਫੈਸਰ ਜਾ ਕੇ ਬਾਹਰ ਵਿਦੇਸ਼ਾਂ 'ਚ ਵੈਲਿਊ ਐਡੀਸ਼ਨਸ ਕਰਦੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਵੀ ਨੇ। ਠੀਕ ਹੈ ਬਾਂਦਾ ਸਾਹਿਬ, ਤੁਸੀਂ ਅੱਜ ਬਹੁਤ ਸਾਰੀ ਜਾਣਕਾਰੀ ਦਿੱਤੀ। ਅਸੀਂ ਪੰਜਾਬ ਸਰਕਾਰ ਦੇ ਐਜੂਕੇਸ਼ਨ ਮਾਡਲ ਤੇ ਅੱਜ ਦਾ ਮੁੱਦਾ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਕੀਤਾ, ਤੇ ਇਸ ਤੋਂ ਪਹਿਲਾਂ ਅਸੀਂ ਪੰਜਾਬ ਸਰਕਾਰ ਦੀ ਜੋ 11 ਮਹੀਨੇ ਦੀਆਂ ਉਪਲਬਧੀਆਂ ਸੀਗੀਆਂ ਉਹਨਾਂ ਨੂੰ ਲੈ ਕੇ ਇੱਕ ਅੱਜ ਦਾ ਮੁੱਦਾ ਪ੍ਰੋਗਰਾਮ ਕੀਤਾ ਸੀ। ਤਾਂ ਉਸ ਤੋਂ ਬਾਅਦ ਅਸੀਂ ਐਜੂਕੇਸ਼ਨ ਨੂੰ ਲਿਆ, ਖਾਸ ਤੌਰ ਤੇ ਐਜੂਕੇਸ਼ਨ ਤੇ ਹੀ ਇਹ ਐਪੀਸੋਡ ਜਿਹੜਾ ਅਸੀਂ ਲੈ ਕੇ ਆਏ ਹਾਂ। ਤੇ ਅਜਿਹੇ ਹੀ ਹੋਰ ਮੁੱਦੇ ਲੈ ਕੇ ਅਸੀਂ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਹੁਣ ਇਜਾਜ਼ਤ ਦਿਓ। ਧੰਨਵਾਦ ਤੁਹਾਡਾ ਜੀ। ਥੈਂਕ ਯੂ।